ज्यों भावै त्यों राखो स्वामी। मार्ग गुरहै पठाया हो आया दूरों चल कै, मैं तकी तो शरण आए जियो। मैं आशा रखी चित में, मेरा सबो दुख गवाए जियो। ज्ञान ध्यान किश कर्म न जाना, सार न जाना तेरी। सब ते वड्डा सतगुरु नानक, जिन कल राखी मेरी। सब ते वड्डा सतगुरु नानक, जिन कल राखी मेरी। सतनाम श्री वाहेगुरु साहिब जीओ। कानड़ा छंद महला पंजवा। एक ओंकार सतगुर प्रसाद। से उदरी जिन राम ध्याए, जतन माया के काम न आए। राम ध्याए सब फल पाए, धन धन ते बड़ भागिया। सतसंग जागे नाम लागे, एक स्यो लिव लागिया। तज मान मोह बेकार, साधु लग तरो तिन कै पाए। बिनवंत नानक शरण स्वामी, बड़ भाग दर्शन पाए। वाहिगुरु जी का खालसा, वाहिगुरु जी की फतेह। परम सन्मान जो गुरु की साजी नवाजी हुई, गुरु खालसा साध संगत जी। आप जी अत्यंत बड़भागे हो, जो कि संध्या दे दीवाना विच गुरु दरबार दीयां हाजरियां भर के सोदर रहरास साहब जी दे पाठ, गुरबाणी दे कीर्तन, आरती दे सरवण कीते हैं। साहिबां दा हुक्म है संध्या समय सुने रहरास, कीर्तन कथा सुने हर जास। इनमें नेम जो एक कराए, सो सिख अमरापुरी को जाए। जिहड़ा गुरु का प्यारा गुरसिख नेम दे नाल गुरबाणी दा पाठ कीर्तन करदा जां सुनदा है, कीर्तन ते कथा नाल जुड़दा है, कलगीधर पातशाह फरमांदे हन, वो बंदा निश्चय करके सचखंड चला जाता है। ਉਹਦਾ ਇਹ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ। ਭਵ ਸਾਗਰ ਤੋਂ ਪਾਰ ਲੰਘਣ ਲਈ ਗੁਰੂ ਸਾਹਿਬ ਜੀ ਨੇ ਇੱਕੋ ਹੀ ਤਰੀਕਾ ਦੱਸਿਆ, ਕੇਵਲ ਨਾਮ ਜਪੋ ਰੇ ਪ੍ਰਾਨੀ, ਪਰੋ ਏਕ ਹੀ ਸ਼ਰਨ। ਕੇਵਲ ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਜਪੋ, ਪ੍ਰਭੂ ਦੀ ਸ਼ਰਨ ਪਵੋ, ਉਹੀ ਤੁਹਾਡਾ ਬੇੜਾ ਇਸ ਸੰਸਾਰ ਸਾਗਰ ਤੋਂ ਪਾਰ ਲੰਘਾਉਣਗੇ। जितने भी प्राणी मात्र इस दुनिया विच आए हैं, सारिਆਂ ਦਾ ਇੱਕੋ ਹੀ ਪ੍ਰਯੋਜਨ ਹੈ, परम पद की प्राप्ति हो जाए। किसी ਨੂੰ ਅੱਜ हो जाए, किसी ਨੂੰ कल हो जाए। महाराज 10वें पातशाह जी ने भी अपनी बाणी विच फरमाया है, जैसे एक आग ते कनूका कोट आग उठे, न्यारे न्यारे होए कै फिर आग में मिलाएंगे। ਅੱਗ ਦੇ ਵਿੱਚੋਂ ਅਨੇਕਾਂ ਹੀ ਚੰਗਿਆੜੀਆਂ ਨਿਕਲਦੀਆਂ ਨੇ, ਲਾਟਾਂ ਨਿਕਲਦੀਆਂ ਨੇ। ਅੱਗ ਦੀਆਂ ਉਹ ਚੰਗਿਆੜੀਆਂ ਮੁੜ ਕੇ ਅੱਗ ਦੇ ਵਿੱਚ ਹੀ ਸਮਾ ਜਾਂਦੀਆਂ। ਅੱਗ ਵਿੱਚੋਂ ਪੈਦਾ ਹੋ ਕੇ ਅੱਗ ਦੀਆਂ ਲਾਟਾਂ ਅੱਗ ਵਿੱਚ ਹੀ ਸਮਾਉਂਦੀਆਂ ਹਨ। जैसे एक धूल ते अनेक धूल पूरत हैं, धूल के कनूका फिर धूल ही समाएंगे। हनेरी आउंदी है, ਹਨੇਰੀ ਦੇ ਨਾਲ ਮਿੱਟੀ ਦੇ ਕਣ ਉੱਡ ਕੇ ਆਕਾਸ਼ ਨੂੰ ਚੜ੍ਹ ਜਾਂਦੇ ਹਨ। ਮਿੱਟੀ ਦੇ ਉਹ ਕਣ ਨਿੱਕੇ ਨਿੱਕੇ ਜਰਰੇ ਅਸਮਾਨ ਵਿੱਚ ਘੁੰਮ ਫਿਰ ਕੇ ਅਖੀਰ ਫਿਰ ਮਿੱਟੀ 'ਚ ਆ ਕੇ ਸਮਾਉਂਦੇ ਹਨ। जैसे एक नद ते तरंग कोट उपजत है, पान के तरंग सब पान ही कहाएंगे।
ਨਦੀ ਦੇ ਵਿੱਚ ਪਾਣੀ ਦੇ ਵਿੱਚ ਲਹਿਰਾਂ ਉੱਠਦੀਆਂ ਹਨ। ਇੱਕ ਨਹੀਂ, ਦੋ ਨਹੀਂ, ਲੱਖਾਂ ਵੇਵਸ ਪੈਦਾ ਹੁੰਦੀਆਂ ਹਨ। ਉਹ ਲੱਖਾਂ ਵੇਵਸ, ਲੱਖਾਂ ਤਰੰਗਾਂ, ਲਹਿਰਾਂ ਮੁੜ ਕੇ ਪਾਣੀ ਦੇ ਵਿੱਚ ਹੀ ਸਮਾ ਜਾਂਦੀਆਂ ਨੇ। ਉਹਨਾਂ ਨੂੰ ਪਾਣੀ ਹੀ ਕਹਿੰਦੇ ਨੇ। ਜਦੋਂ ਉਹ ਪਾਣੀ ਟਿਕਿਆ ਹੁੰਦਾ ਉਦੋਂ ਵੀ ਪਾਣੀ ਹੁੰਦਾ ਹੈ, ਤੇ ਜਦੋਂ ਉਹ ਲਹਿਰਾਂ ਦੇ ਰਿਹਾ ਹੁੰਦਾ ਹੈ ਉਦੋਂ ਵੀ ਪਾਣੀ ਹੁੰਦਾ ਹੈ, ਤੇ ਜਦੋਂ ਲਹਿਰਾਂ ਸ਼ਾਂਤ ਹੋ ਜਾਂਦੀਆਂ ਨੇ ਫਿਰ ਵੀ ਪਾਣੀ ਹੀ ਹੁੰਦਾ। ਤੈਸੇ ਏਕ ਧੂਰ ਤੇ ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀਂ ਤੇ ਉਪਜ ਸਭੈ ਤਾਹੀਂ ਮੈਂ ਸਮਾਹੀ। ਆ ਜਿੰਨਾ ਵੀ ਪਸਾਰਾ ਹੈ, ਭੂਤ ਕਹਿੰਦੇ ਨੇ ਪ੍ਰਾਣੀਆਂ ਨੂੰ, ਜਿਹੜੇ ਤੁਰਦੇ ਫਿਰਦੇ ਹਨ, ਦੇਖਦੇ ਸੁਣਦੇ ਹਨ, ਬੋਲਦੇ ਹਨ, ਜਿਹੜੇ ਚੇਸ਼ਟਾ ਕਰਦੇ ਹਨ, ਹਰਕਤ ਕਰਦੇ ਹਨ, ਚੇਤਨ ਹਨ, ਉਹਨਾਂ ਨੂੰ ਭੂਤ ਪ੍ਰਾਣੀ ਕਹਿੰਦੇ ਹਨ। ਤੇ ਅਭੂਤ ਪ੍ਰਾਣੀ ਵੀ ਹੁੰਦੇ ਜਿਹੜੇ ਇੱਕੋ ਥਾਂ ਤੇ ਖੜੇ ਰਹਿੰਦੇ, ਜਿਵੇਂ ਪੱਥਰ ਹਨ, ਦਰਖਤ ਹਨ, ਲੋਹਾ ਹੈ, 8 ਧਾਤਾਂ ਹਨ, ਮਿੱਟੀ ਹੈ, ਇੱਕੋ ਥਾਂ ਤੇ ਜਿਹੜੀ ਚੀਜ਼ ਟਿਕੀ ਰਵੇ, ਜੜ ਚੇਤਨ ਜੋ ਵੀ ਪਸਾਰਾ 5 ਤੱਤਾਂ ਦਾ ਹੈ, ਸਾਰਾ ਪਰਮੇਸ਼ਰ ਵਿੱਚੋਂ ਹੀ ਪੈਦਾ ਹੋਇਆ ਹੈ। ਤੇ ਸਾਰੇ ਦਾ ਸਾਰਾ ਇਹ ਪਸਾਰਾ ਉਸੇ ਪਰਮ ਤੱਤ ਪਰਮਾਤਮਾ ਵਿੱਚ ਹੀ ਸਮਾ ਜਾਂਦਾ ਹੈ। ਜਦੋਂ ਗਹਿਣੇ ਬਣਦੇ ਨੇ ਉਦੋਂ ਵੀ ਸੋਨਾ ਹੁੰਦਾ ਹੈ। ਜਦੋਂ ਗਹਿਣੇ ਤੋੜ ਕੇ ਦੁਬਾਰਾ ਬਿਸਕੁਟ ਬਣਾ ਲਈਏ, ਡਲੀ ਬਣਾ ਲਈਏ, ਤਾਂ ਵੀ ਸੋਨਾ ਹੀ ਹੁੰਦਾ ਹੈ। ਆਪਾਂ ਸਾਰੇ ਜਿੰਨੇ ਵੀ ਜੀਵ ਹਾਂ ਉਸ ਪਰਮ ਤੱਤ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਵਿੱਚੋਂ ਹੀ ਆਏ ਹਾਂ, ਤੇ ਉਹਦੇ ਵਿੱਚ ਹੀ ਆਪਾਂ ਸਮਾ ਜਾਣਾ ਹੈ। ਜਿੰਨਾ ਚਿਰ ਅਸੀਂ ਉਸ ਪਰਮਾਤਮਾ ਦੇ ਵਿੱਚ ਸਮਾਉਂਦੇ ਨਹੀਂ, ਉਹਨਾਂ ਚਿਰ ਸਾਡੀ ਪਰੇਸ਼ਾਨੀ ਰਹਿਣੀ ਹੈ, ਚਿੰਤਾ ਰਹਿਣੀ ਹੈ, ਫਿਕਰ ਰਹਿਣਾ, ਟੈਨਸ਼ਨ ਰਹਿਣੀ ਹੈ, ਦੁਬਿਧਾ ਰਹਿਣੀ ਹੈ, ਰਾਗ ਦਵੇਸ਼ ਰਹਿਣੀ ਹੈ। ਰਾਗ ਦਾ ਮਤਲਬ ਹੁੰਦਾ ਹੈ ਅਟੈਚਮੈਂਟ, ਲਗਾਓ, ਆਕਰਸ਼ਣ, ਤੇ ਦਵੇਸ਼ ਦਾ ਮਤਲਬ ਹੁੰਦਾ ਨਫ਼ਰਤ, ਕਿਸੇ ਚੀਜ਼ ਨਾਲ ਨਫ਼ਰਤ ਕਰਨੀ, ਉਸ ਤੋਂ ਦੂਰ ਕਰ ਰਹਿਣਾ, ਦਵੇਸ਼ ਕਰਨੀ। ਬੰਦੇ ਦੀ ਦ੍ਰਿਸ਼ਟੀ 'ਚ, ਸਾਡੀ ਸਾਰਿਆਂ ਦੀ ਦ੍ਰਿਸ਼ਟੀ 'ਚ 2 ਚੀਜ਼ਾਂ ਹਮੇਸ਼ਾ ਰਹਿੰਦੀਆਂ ਨੇ। ਕਿਸੇ ਚੀਜ਼ ਨੂੰ ਅਸੀਂ ਚੰਗਾ ਸਮਝਦੇ ਹਾਂ, ਕਿਸੇ ਚੀਜ਼ ਨੂੰ ਅਸੀਂ ਮਾੜਾ ਸਮਝਦੇ ਹਾਂ। ਜੋ ਚੰਗਾ ਸਮਝਦੇ ਹਾਂ ਉਹ ਰਾਗ ਹੈ, ਜੋ ਮਾੜਾ ਸਮਝਦੇ ਹਾਂ ਉਹ ਦਵੇਸ਼ ਹੈ। ਕੱਪੜਿਆਂ ਨਾਲ ਵੀ ਹੁੰਦਾ, ਕੱਪੜਾ ਕੋਈ ਸਾਨੂੰ ਚੰਗਾ ਲੱਗਦਾ ਅਸੀਂ ਬਾਰ-ਬਾਰ ਪਹਿਨਦੇ ਹਾਂ, ਕੋਈ ਕੱਪੜਾ ਸਾਨੂੰ ਚੰਗਾ ਨਹੀਂ ਲੱਗਦਾ ਉਹ ਘਰ ਪਿਆ ਰਹਿੰਦਾ, ਅਸੀਂ ਉਹਨੂੰ ਪਹਿਨਦੇ ਨਹੀਂ। ਖਾਣੇ ਵਿੱਚ ਵੀ ਹੁੰਦਾ, ਕੋਈ ਦਾਲ ਸਬਜ਼ੀ ਚੰਗੀ ਲੱਗਦੀ ਹੈ, ਰੋਜ਼ ਖਾਣ ਨੂੰ ਜੀ ਕਰਦਾ ਹੈ। ਕੋਈ ਦਾਲ ਸਬਜ਼ੀ ਨਹੀਂ ਚੰਗੀ ਲੱਗਦੀ, ਸਾਹਮਣੇ ਆਈ ਹੋਈ ਬੰਦਾ ਥਾਲੀ ਪਰੇ ਕਰ ਦਿੰਦਾ, ਕਹਿੰਦਾ ਮੈਂ ਨਹੀਂ ਖਾਣੀ। ਇਸੇ ਤਰ੍ਹਾਂ ਸਾਧ ਸੰਗਤ ਜੀ, ਕੋਈ ਬੰਦਾ ਸਾਨੂੰ ਚੰਗਾ ਲੱਗਦਾ ਹੈ, ਉਹਦੇ ਨਾਲ ਸਾਡਾ ਲਗਾਓ ਹੈ, ਰਾਗ ਹੈ, ਪ੍ਰੇਮ ਹੈ, ਅਸੀਂ ਸੱਤ ਵੱਲ ਪਾ ਕੇ ਵੀ ਉਹਨੂੰ ਜਾ ਕੇ ਮਿਲਦੇ ਹਾਂ ਵੀ ਸਾਡਾ ਮਿੱਤਰ ਇਸ ਗਲੀ 'ਚ, ਇਸ ਮਹੱਲੇ 'ਚ, ਸ਼ਹਿਰ 'ਚ, ਇਸ ਮੁਲਕ 'ਚ ਰਹਿੰਦਾ, ਚਲੋ ਮਿਲ ਕੇ ਚੱਲੀਏ। ਜਿਹਦੇ ਨਾਲ ਦਵੈਸ਼ ਹੁੰਦੀ ਹੈ, ਭਾਵੇਂ ਉਹ ਸਾਡਾ ਕਿੱਡਾ ਸੱਕਾ ਰਿਸ਼ਤੇਦਾਰ, ਭੈਣ ਭਰਾ ਕਿਉਂ ਨਾ ਹੋਵੇ, ਜਿਹਦੇ ਨਾਲ ਸਾਡੀ ਨਹੀਂ ਬਣਦੀ, ਉਹ ਭਾਵੇਂ ਗੁਆਂਢ 'ਚ ਰਹਿੰਦਾ ਹੋਵੇ, ਅਸੀਂ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦੇ। ਇਹ ਰਾਗ ਦਵੈਸ਼ ਦੀ ਨਿਰਵਿਰਤੀ ਜਿੰਨਾ ਚਿਰ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਦੁਖੀ ਸੁਖੀ ਹੁੰਦੇ ਰਵਾਂਗੇ। ਦੁਖੀ ਵੀ ਹੁੰਦੇ ਹਾਂ ਅਸੀਂ, ਸੁਖੀ ਵੀ ਹੁੰਦੇ ਹਾਂ। ਤੇ ਜਦੋਂ ਪਰਮਾਤਮਾ ਵਿੱਚ ਆਪਾਂ ਜਾ ਕੇ ਲੀਨ ਹੋਣਾ ਹੈ, ਵਾਹਿਗੁਰੂ ਨੂੰ ਮਿਲਣਾ ਹੈ, ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਪਰਮਾਤਮਾ ਦੀ ਜੋਤ ਵਿੱਚ ਸਾਡੀ ਜੋਤ ਨੇ ਮਿਲਣਾ ਹੈ। ਉਦੋਂ ਇਹ ਸਾਰਾ ਸੰਸਾਰ, ਇਹ ਸੰਸਾਰ ਦੇ ਝਮੇਲੇ, ਇਹ ਸੰਸਾਰ ਦੀਆਂ ਖੁਸ਼ੀਆਂ, ਇਹ ਸੰਸਾਰ ਦੀਆਂ ਗਮੀਆਂ, ਇਹ ਸੰਸਾਰ ਦੇ ਸੁੱਖ ਤੇ ਦੁੱਖ ਸਾਰੇ ਥੱਲੇ ਰਹਿ ਜਾਣੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਕਰਨ ਵਾਸਤੇ, ਜੁੜਨ ਵਾਸਤੇ, ਮਿਲਣ ਵਾਸਤੇ ਆਪਾਂ ਸਾਰੀ ਸਾਧਨਾ ਕਰਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਗੁਰਦੁਆਰੇ ਆਉਂਦੇ ਹਾਂ, ਸੇਵਾ ਕਰਦੇ ਹਾਂ, ਸਾਧਨਾ ਚੱਲ ਰਹੀ ਹੈ।
कोई पहली क्लास में है, कोई दूजी च है, कोई पंजवीं च है, कोई 10वीं च है। पढ़ाई जारी है। जिन्ना चिर परम पद की प्राप्ति नहीं होंदी उन्ना चिर जारी रहेगी। आपां सारे गुरु महाराज के चरणों 'च अरदास करिए, हे गरीब नवाज गुरु नानक देव, गुरु गोबिंद सिंह, गुरु ग्रंथ साहब जी, कृपा करो, साडा इस संसार ते आउणा सफल कर दिओ। अपनी बाणी का साडे अंदर प्रकाश कर दिओ। धन गुरु अर्जन देव जी पंजवें पातशाह, जिन्हां दी बाणी अज आरंभ हो रही है कानड़े राग विच। सच्चे पातशाह ने ये पावन शंत उच्चारण कीते ने। गुरु अर्जन देव जी जपियो जिन अर्जुन देव गुरु, फिर संकट जोन गर्भ न आयो। बड़ा वड्डा उपकार गुरु अर्जन देव जी ने साडे ते कीता भी सानू गुरु ग्रंथ साहब महाराज का स्वरूप तैयार करके दिता। वैसे तो गुरु की हर दात, गुरु की हर देन अमुली है, वड मुली है। गुरु की किसी भी चीज़ नूं असीं ये नहीं कह सकते भी इसकी अहमियत घट है, बल्कि हर चीज़ की बड़ी वड्डी वैल्यू है। गुरु साहब की हर बख्शिश ही बड़ी महान है। पर जो बख्शिश गुरु ग्रंथ साहब के रूप की है वो सब तो महान है। गुरु ग्रंथ साहब जे साडे कोल ना होंदे ते असीं कखां दे भाव भी साध संगत साडा बोल नहीं सी पैना, असीं रुल जाना सी। आ प्रदेशों में बैठे हैं, बाहरले मुल्कों में साडी कम्यूनिटी, साडा पंथ, साडी कौम, साडा पंजाबी विरसा भाईचारा गुरु ग्रंथ साहब करके इकट्ठा हो जाता। जे गुरु ग्रंथ साहब इत्थे ना होण साडे कोल ते आपां कित्थे इकट्ठे होवांगे, कित्थे आपां रल के बैठांगे। महाराज धन गुरु गोबिंद सिंह जी ने कृपा की। गुरु ग्रंथ साहब जी सच्चे पातशाह नूं गुरता गद्दी दे के, पंजां प्यारियां नूं गुरता गद्दी दे के खालसे पंथ का धुरवा बन दिता। धन श्री गुरु अर्जन देव जी ने यह कारज बड़ी लंबी सोच नाल कीता ते हरमंदर साहब दे विच प्रकाश किया गुरबाणी का। अकाल पुरख का परमेश्वर का मंदिर बनाया। सतगुरु बाणी जाप लिखते हैं, हर जपे हर मंदिर साजिया। हरि का नाम जपण वास्ते, हरि के नाम का भजन कीर्तन करने वास्ते हर मंदिर की साजना हुई है। संत भगत गुण गावे राम, कहते इत्थे बह के संत भगत जिहड़े ने हर मंदिर दे विच परमेश्वर के गुण गाणगे, कीर्तन करया करनगे, वाहिगुरू की सिफत सलाह अठे पैर होवेगी। इस इरादे नाल गुरु साहब ने एक कारज किया। महाकवि भाई संतोख सिंह साहब जी लिखते ने, जदों हरमंदर साहब की सेवा हो रही सी, सरोवर की सेवा हो रही सी, अरे हरमंदर साहब नहीं सी बनिया। सरोवर की सेवा चार महापुरुष चार साइडों ते बह के करांदे सन। एक पासे बाबा बुढ़ा जी बेल थले बह के सेवा करांदे सन, एक पासे भाई सालो जी, एक पासे गुरु अर्जन देव जी, एक पासे भाई बहलो जी। होर भी बड़े बड़े करनियां वाले सिखां ने सेवा की। श्री दरबार साहब अमृतसर, भाई मंझ जी, पंडित गंगा राम जी, भाई भौड़ू जी, बहुत सारे सिखां का जिक्र इतिहास मिलता है। बड़े ब्रह्म ज्ञानी गुरसिख होए, भाई सालो जी, भाई बहलो जी, बाबा बुढ़ा जी, इन्हां सारे ब्रह्म ज्ञानियां ने सरोवर की सेवा की है। श्रद्धा भावना भगती दे नाल हज़ारां लखां संगतां पिंडां चों, शहरां चों, देशां चों, प्रदेशां चों आके दरबार साहब के सरोवर चों टोकरियां नाल कार सेवा करते सी, मिट्टी पुट के बाहर सिੱਟਦੇ सी। एक दिन संगत च रौला जा पै गया, सारे भज के गुरु अर्जन देव जी को आए, कहन लगे सच्चे पातशाह जी अज बड़ा आश्चर्य अचंभा जिहा कौतुक वरतिया है कि सरोवर के विचकार कोई ऐसी शख्सियत है, कोई ऐसे महापुरुष ने मजदूर वाला भेस बनाया हुआ है। बड़ा ही नूरानी चेहरा है, चेहरे वाल तकिया नहीं जाता ते सिर ते टोकरी रख के बाहर सेवा करन जाते ने तो टोकरी सीस तो सवा गिठ उच्ची जाती है।
महाराज चल के देखो वो कौन ਹਨ। सतगुरु अर्जन देव जी नंगे पैरी महाराज सच्चे पातशाह जी ਸਰੋਵਰ ਦੇ ਵਿਚਕਾਰ ਪਹੁੰਚੇ, ਜਿੱਥੇ ਅੱਜ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਹਨ। ਇੱਥੇ ਮਹਾਰਾਜ ਪਰਮੇਸ਼ਰ ਸਤਿਗੁਰੂ ਅਕਾਲ ਪੁਰਖ ਜੀ ਆਪ ਕਈ ਨਾਲ ਮਿੱਟੀ ਪੁੱਟ ਰਹੇ ਸਨ ਤੇ ਟੋਕਰੀ 'ਚ ਪਾ ਕੇ ਬਾਹਰ ਸਿੱਟਣ ਜਾ ਰਹੇ ਸਨ। ਜਦੋਂ ਗੁਰੂ ਅਰਜਨ ਦੇਵ ਜੀ ਨੇ ਸਾਹਮਣੇ ਦਰਸ਼ਨ ਕੀਤੇ, ਉਸ ਵੇਲੇ ਗੁਰੂ ਅਰਜਨ ਦੇਵ ਜੀ ਬਿਸਮਾਦ ਵਿੱਚ ਆ ਗਏ। ਅਕਾਲ ਪੁਰਖ ਦੇ ਦਰਸ਼ਨ ਕਰਕੇ ਬਚਨ ਕਹੇ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਕਿ ਮਹਾਰਾਜ ਅਕਾਲ ਪੁਰਖ ਜੀ ਆਪ ਆਪਣੇ ਸੰਤਾਂ ਦੇ ਕਾਰਜ ਵਿੱਚ ਆਪ ਸਹਾਈ ਹੋ ਗਏ ਨੇ, ਆਪ ਆ ਕੇ ਖੜ ਗਏ ਨੇ। ਤਾਂ ਸਾਧ ਸੰਗਤ ਜੀ, ਸ੍ਰੀ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਮਹਾਰਾਜ ਜਦੋਂ ਇਹ ਸ਼ਬਦ ਉਚਾਰਨ ਕੀਤਾ, ਅਕਾਲ ਪੁਰਖ ਜੀ ਨੇ ਗਲ ਨਾਲ ਲਾ ਲਿਆ। ਕਹਿਣ ਲੱਗੇ, ਗੁਰੂ ਅਰਜਨ ਦੇਵ ਜੀ ਤੁਸੀਂ ਸਾਡਾ ਹੀ ਰੂਪ ਹੋ, ਭਾਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਹਰੀ ਦਾ ਪ੍ਰਤੱਖ ਰੂਪ ਹਨ। ਮਹਾਰਾਜ ਤੁਸੀਂ ਦੁਨੀਆ ਦੇ ਭਲੇ ਲਈ ਬੜਾ ਵੱਡਾ ਪਰਉਪਕਾਰ ਕਰ ਰਹੇ ਹੋ, ਜੋ ਗੁਰੂ ਰਾਮਦਾਸ ਮਹਾਰਾਜ ਦਾ ਸਰੋਵਰ ਬਣਾ ਰਹੇ ਹੋ। ਸਤਿਗੁਰਾਂ ਨੇ ਆਖਿਆ, ਪਰਮੇਸ਼ਰ ਵਾਹਿਗੁਰੂ ਜੀ ਤੁਹਾਡੀ ਕਿਰਪਾ ਹੈ, ਅਸੀਂ ਕੁਛ ਨਹੀਂ ਕਰ ਸਕਦੇ। ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਆਪ ਜੀ ਕਰਾ ਰਹੇ ਹੋ। ਤਾਂ ਅਕਾਲ ਪੁਰਖ ਜੀ ਨੇ ਬਚਨ ਕੀਤਾ ਵੀ ਤੁਸੀਂ ਇੱਕ ਕਾਰਜ ਹੋਰ ਕਰੋ। ਉਹ ਕਹਿੰਦੇ, ਮਹਾਰਾਜ ਕੀ ਕਾਰਜ ਕਰੀਏ? ਕਹਿੰਦੇ, ਇਸ ਦੁਨੀਆ ਦੇ ਵਿੱਚ ਦੇਵੀ ਦੇਵਤਿਆਂ ਦੇ ਮੰਦਰ ਬਹੁਤ ਹਨ। ਹਨੂਮਾਨ ਜੀ ਦੇ ਮੰਦਰ, ਗਣੇਸ਼ ਜੀ ਦੇ ਮੰਦਰ, ਦੇਵੀ ਦੇ ਮੰਦਰ, ਭੈਰੋਂ ਦੇ ਮੰਦਰ, ਸ਼ਿਵ ਜੀ ਦੇ ਮੰਦਰ, ਰਾਮਚੰਦਰ ਜੀ ਦੇ ਮੰਦਰ, ਕ੍ਰਿਸ਼ਨ ਜੀ ਦੇ ਮੰਦਰ, ਰਾਧਾ ਕ੍ਰਿਸ਼ਨ ਦੇ ਮੰਦਰ, ਹੋਰ ਬਹੁਤ ਸਾਧੂਆਂ ਮਹਾਤਮਾ ਦੇ ਸਥਾਨ ਬਣੇ ਹੋਏ। ਪਰ ਹਰੀ ਦਾ ਮੰਦਰ ਕਿਤੇ ਨਹੀਂ ਬਣਿਆ, ਸਾਡਾ ਮੰਦਰ ਨਹੀਂ ਕਿਸੇ ਨੇ ਬਣਾਇਆ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਮਹਾਰਾਜ ਫਿਰ ਕੀ ਹੁਕਮ ਹੈ? ਉਹ ਕਹਿੰਦੇ, ਸਾਡਾ ਮੰਦਰ ਬਣਾਓ। ਕਹਿੰਦੇ, ਮਹਾਰਾਜ ਤੁਹਾਡਾ ਮੰਦਰ ਕਿੱਥੇ ਬਣਾਈਏ? ਕਹਿੰਦੇ, ਜਿੱਥੇ ਅਸੀਂ ਆਪ ਕਾਰ ਸੇਵਾ ਕਰ ਰਹੇ ਹਾਂ, ਆਪ ਟੋਕਰੀ ਢੋ ਰਹੇ, ਇੱਥੇ ਬਣਾ ਦਿਓ। ਸਰੋਵਰ ਦੇ ਵਿਚਕਾਰ ਜਿੱਥੇ ਅਸੀਂ ਆਪ ਸੇਵਾ ਕਰ ਰਹੇ ਹਾਂ, ਮਿੱਟੀ ਪੁੱਟ ਰਹੇ ਹਾਂ, ਇੱਥੇ ਤੁਸੀਂ ਸਾਡਾ ਮੰਦਰ ਬਣਾ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਜੀ ਸਤ ਬਚਨ, ਅਸੀਂ ਇੱਥੇ ਤੁਹਾਡਾ ਮੰਦਰ ਬਣਾ ਲਿਆ। ਪਰ ਆਪ ਜੀ ਦੇ ਮੰਦਰ ਦਾ ਨਕਸ਼ਾ ਕੈਸਾ ਹੋਣਾ ਚਾਹੀਦਾ? ਆਪ ਜੀ ਦੇ ਮੰਦਰ ਦਾ, ਦਰਬਾਰ ਦਾ ਨਕਸ਼ਾ ਕੈਸਾ ਹੋਵੇ? ਅਕਾਲ ਪੁਰਖ ਜੀ ਕਹਿੰਦੇ, ਅਸੀਂ ਆਪ ਤੁਹਾਨੂੰ ਨਕਸ਼ਾ ਬਣਾ ਕੇ ਦਿਆਂ। ਸੋ ਪਰਮੇਸ਼ਰ ਨੇ ਆਪ ਨਕਸ਼ਾ ਬਣਾ ਕੇ ਦਿੱਤਾ। ਡਿਓਢੀ ਸਾਹਿਬ ਤੋਂ ਲੈ ਕੇ ਪੁਲ ਦਾ ਨਕਸ਼ਾ, ਸ੍ਰੀ ਹਰਿਮੰਦਰ ਸਾਹਿਬ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀ ਨੀਂਹ ਤੋਂ ਲੈ ਕੇ ਗੁੰਬਜ ਤੱਕ ਦਾ ਸਾਰਾ ਨਕਸ਼ਾ ਇਹ ਮਹਾਰਾਜ ਪਰਮੇਸ਼ਰ ਜੀ ਨੇ ਆਪ ਬਣਾਇਆ ਹੈ, ਅਕਾਲ ਪੁਰਖ ਜੀ ਨੇ। ਤੇ ਇਹਦੇ ਉੱਤੇ ਹੀ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਨਕਸ਼ੇ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕਰਾਈ ਹੈ। ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵੇ ਰਾਮ। ਇੱਥੇ ਬਹਿ ਕੇ ਪ੍ਰਮਾਤਮਾ ਦਾ ਕੀਰਤਨ ਕਰਨਗੇ, ਭਜਨ ਕਰਨਗੇ, ਨਾਮ ਜਪਣਗੇ, ਵਾਹਿਗੁਰੂ ਦੇ ਗੁਣ ਗਾਣਗੇ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਜੋ ਹਰਿਮੰਦਰ ਸਾਹਿਬ ਜੀ ਦਾ ਨਕਸ਼ਾ ਤਿਆਰ ਕਰਕੇ, ਹਰਿਮੰਦਰ ਸਾਹਿਬ ਦੀ ਰਚਨਾ ਕਰਾ ਕੇ, ਫਿਰ ਇਹਦੇ ਵਿੱਚ ਪ੍ਰਮਾਤਮਾ ਦੀ ਕੋਈ ਮੂਰਤੀ ਬਣਾ ਕੇ ਨਹੀਂ ਰੱਖੀ, ਪੱਥਰ ਦੀ ਜਾਂ ਸੋਨੇ ਦੀ ਜਾਂ ਕਿਸੇ ਧਾਤੂ ਦੀ। ਕਿਉਂਕਿ ਜਿੰਨੇ ਵੀ ਮੰਦਰ ਨੇ ਉਹਨਾਂ ਵਿੱਚ ਮੂਰਤੀਆਂ ਹੁੰਦੀਆਂ ਭਗਵਾਨ ਦੀਆਂ, ਕੋਈ ਲੋਹੇ ਦੀਆਂ, ਕੋਈ ਸੋਨੇ ਦੀਆਂ, ਕੋਈ ਚਾਂਦੀ ਦੀਆਂ, ਕੋਈ ਪੱਥਰ ਦੀਆਂ, ਕਈ ਤਰ੍ਹਾਂ ਦੀਆਂ ਮੂਰਤੀਆਂ ਬਣਾ ਕੇ ਲੋਕ ਰੱਖਦੇ। ਗੁਰੂ ਸਾਹਿਬ ਨੇ ਸ਼ਬਦ ਮੂਰਤ ਦਾ ਪ੍ਰਕਾਸ਼ ਕੀਤਾ। ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ। ਗੁਰੂ ਦੇ ਸ਼ਬਦ ਦਾ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ।
ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਦਿੱਤਾ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਨੇ ਸਭ ਪੰਥ। ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ, ਹੁਕਮਨਾਮਾ ਲਵੋ, ਸੰਗਤਾਂ ਸੁਣਨਗੀਆਂ। ਅਦਬ ਸਹਿਤ ਗ੍ਰੰਥ ਕੋ ਖੋਲਾ, ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਬਾਬਾ ਬੁੱਢਾ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਅਦਬ ਸਹਿਤ ਗ੍ਰੰਥ ਕੋ ਖੋਲਾ, ਲੈ ਆਵਾਜ਼ ਬੁੱਢਾ ਤਬ ਬੋਲਾ। ਬਾਬਾ ਬੁੱਢਾ ਜੀ ਨੇ ਹੁਕਮਨਾਮਾ ਲਿਆ, ਸੰਗਤਾਂ ਨੇ ਸਰਵਣ ਕੀਤਾ। ਹੁਕਮਨਾਮਾ ਵੀ ਉਹੀ ਆਇਆ ਜਿਹੜਾ ਅਕਾਲ ਪੁਰਖ ਦੇ ਸਾਹਮਣੇ ਕਿਹਾ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਸ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਸਾਡੇ ਤੇ ਕਿਰਪਾ ਕੀਤੀ ਹੈ ਨਾ, ਉਹਦਾ ਸਾਥ ਸੰਗਤ ਜੀ ਅਸੀਂ ਦੇਣ ਨਹੀਂ ਦੇ ਸਕਦੇ। ਆ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਆ, ਗੁਰਦੁਆਰਿਆਂ ਵਿੱਚ ਗੁਰੂ ਮਹਾਰਾਜ ਪ੍ਰਕਾਸ਼ ਹੈ। ਨਹੀਂ ਤਾਂ ਇੱਥੇ ਬੜਾ ਕੁਝ ਕੋਈ ਆਪਣੇ ਫੋਟੋਆਂ ਲਾਉਂਦਾ, ਕੋਈ ਮੂਰਤੀਆਂ ਰੱਖਦਾ, ਪਤਾ ਨਹੀਂ ਕੀ ਕੁਛ ਹੁੰਦਾ ਤੇ ਭਰਮ ਭੁਲੇਖੇ ਪੈਂਦੇ। ਮਹਾਰਾਜ ਨੇ ਗੁਰਬਾਣੀ ਦਾ ਪ੍ਰਕਾਸ਼ ਕੀਤਾ ਜਿਹੜਾ ਸਾਡੇ ਹਿਰਦੇ 'ਚ ਸਦਾ ਹੀ ਪ੍ਰਕਾਸ਼ ਕਰ ਸਕਦੀ ਹੈ। ਉਸ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਲਬ ਨਾ ਆਇਓ। ਉਹਨਾਂ ਦੇ ਪਾਵਨ ਬਚਨ ਆਰੰਭ ਹੋ ਰਹੇ ਨੇ, ਛੰਦਾਂ ਦੇ ਰੂਪ ਵਿੱਚ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਨੜਾ ਛੰਤ ਮਹੱਲਾ ਪੰਜਵਾ। ਕਾਨੜੇ ਰਾਗ ਵਿੱਚ ਇਹ ਛੰਤ ਗੁਰੂ ਸਾਹਿਬ ਪੰਚਮ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਾਧ ਸੰਗਤ ਜੀ ਮੰਗਲਾਚਰਨ ਹਰ ਇੱਕ ਬਾਣੀ ਦੇ ਆਰੰਭ ਵਿੱਚ ਮਹਾਰਾਜ ਨੇ ਕੀਤਾ ਹੈ। ਐਸੀ ਪਰੰਪਰਾ ਹੈ ਵੀ ਜੇ ਗ੍ਰੰਥ ਦੇ ਆਰੰਭ ਵਿੱਚ ਮੰਗਲਾਚਰਨ ਕਰਿਆ ਜਾਵੇ ਤਾਂ ਉਹ ਗ੍ਰੰਥ ਦੀ ਨਿਰਵਿਘਨ ਸਮਾਪਤੀ ਹੁੰਦੀ ਹੈ। ਜੇ ਗ੍ਰੰਥ ਦੇ ਆਰੰਭ ਵਿੱਚ ਮੰਗਲਾਚਰਨ ਨਾ ਕਰੀਏ ਤਾਂ ਗ੍ਰੰਥ ਦੇ ਸੰਪੂਰਨ ਹੋਣ ਵਿੱਚ ਕੋਈ ਨਾ ਕੋਈ ਦਿੱਕਤ ਖੜੀ ਹੋ ਸਕਦੀ ਹੈ। ਜਿਵੇਂ ਮਹਾਰਾਜ ਕਹਿੰਦੇ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਐ। ਕੋਈ ਵੀ ਕੰਮ ਕਰੀਏ ਪਹਿਲਾਂ ਮਹਾਰਾਜ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰ ਲਈਏ। ਜੇ ਅਰਦਾਸ ਕਰਕੇ ਕੰਮ ਕਰਾਂਗੇ, ਪਰਮੇਸ਼ਰ ਨੂੰ ਯਾਦ ਕਰਕੇ ਕੰਮ ਕਰਾਂਗੇ ਤੇ ਉਹ ਕੰਮ ਵਿੱਚ ਵਿਘਨ ਨਹੀਂ ਪੈਂਦਾ। ਤੇ ਜੇ ਅਰਦਾਸ ਨਾ ਕਰੀਏ ਤੇ ਵਿਘਨ ਪੈ ਜਾਂਦਾ ਹੈ। ਇੱਕ ਤਾਂ ਇਹ ਕਾਰਨ ਹੈ। ਦੂਸਰਾ ਸਾਧ ਸੰਗਤ ਜੀ, ਜੇ ਗ੍ਰੰਥ ਦੇ ਆਰੰਭ ਵਿੱਚ ਮੰਗਲਾਚਰਨ ਨਾ ਕਰਿਆ ਜਾਵੇ ਤਾਂ ਗ੍ਰੰਥ ਪੜ੍ਹਨ ਵਾਲੇ ਪਾਠਕ ਨੂੰ, ਜਿਹੜਾ ਉਹਨੂੰ ਪੜ੍ਹੇਗਾ, ਉਹਨੂੰ ਇਹ ਭ੍ਰਾਂਤੀ ਹੋਵੇਗੀ ਕਿ ਗ੍ਰੰਥ ਕਿਸੇ ਨਾਸਤਿਕ ਦਾ ਲਿਖਿਆ ਹੋਇਆ। ਜਿਹੜਾ ਪਾਠਕ ਹੈ, ਪਾਠੀ ਹੈ, ਉਹ ਪਾਠ ਕਰੇ, ਉੱਤੇ ਨਾ ਕੋਈ ਮੰਗਲਾਚਰਨ ਕੀਤਾ ਹੋਵੇ, ਨਾ ਪਰਮੇਸ਼ਰ ਨੂੰ ਯਾਦ ਨਾ ਕੀਤਾ ਹੋਵੇ, ਓੰਕਾਰ ਸਤਿਗੁਰ ਪ੍ਰਸਾਦ ਨਾ ਲਿਖਿਆ ਹੋਵੇ, ਫਿਰ ਪੜ੍ਹਨ ਵਾਲਾ ਸੋਚੇਗਾ ਵੀ ਜਿਹਨੇ ਗ੍ਰੰਥ ਲਿਖਿਆ ਸੀ, ਉਹ ਜਿਹੜਾ ਗ੍ਰੰਥ ਦਾ ਲਿਖਾਰੀ ਸੀ ਉਹ ਨਾਸਤਿਕ ਸੀ। ਉਹਨੇ ਕਿਸੇ ਨੂੰ ਯਾਦ ਹੀ ਨਹੀਂ ਕੀਤਾ, ਕੋਈ ਗੁਰੂ ਪੀਰ ਹੈ ਹੀ ਨਹੀਂ ਸੀ ਉਹਦਾ ਕੋਈ। ਦੋ ਗੱਲਾਂ ਹੁੰਦੀਆਂ। ਇਸ ਕਰਕੇ ਪਹਿਲਾਂ ਮੰਗਲਾਚਰਨ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਦੇ ਜਿਹੜੇ ਸਾਡੇ ਸਿੱਖ ਧਰਮ ਦੇ ਲਿਖਾਰੀ ਹਨ, ਜਿਹੜੇ ਸਾਧ ਸੰਗਤ ਜੀ ਪਿਛਲੇ 20-30 ਸਾਲਾਂ ਤੋਂ ਕਿਤਾਬਾਂ ਲਿਖ ਰਹੇ ਨੇ, ਇਹਨਾਂ ਵਿੱਚ ਤੇ ਜਿਹੜੇ ਅੱਜ ਤੋਂ 100-150 ਸਾਲ ਪੁਰਾਣੇ ਲਿਖਾਰੀ ਸੀਗੇ, ਉਹਨਾਂ ਵਿੱਚ ਕੀ ਫਰਕ ਹੈ ਭਲਾ? ਕਿਤਾਬਾਂ ਤੁਸੀਂ ਚੱਕ ਕੇ ਦੇਖ ਲਓ, ਪੁਸਤਕਾਂ ਹੈਨ ਗੁਰਮਤਿ ਦੀਆਂ ਪੁਸਤਕਾਂ। ਇਹ ਨਹੀਂ ਕਹਿੰਦੇ ਵੀ ਉਹ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਹੀਂ ਲਿਖੀਆਂ। ਲਿਖੀਆਂ ਤਾਂ ਸਾਡੇ ਇਤਿਹਾਸ ਦੀਆਂ ਨੇ, ਜਾਂ ਸਾਡੇ ਕਲਚਰ ਦੀਆਂ ਨੇ, ਜਾਂ ਸਾਡੀ ਗੁਰਬਾਣੀ ਦੀ ਵਿਆਖਿਆ ਦੀਆਂ ਨੇ। ਪਰ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਹੀਂ ਲਿਖਦੇ ਅੱਜ ਕੱਲ੍ਹ। ਇਹ ਤੁਸੀਂ ਨੋਟ ਕਰਨਾ। ਯੂਨੀਵਰਸਿਟੀਆਂ ਦੇ ਵਿੱਚ ਹੋਣ, ਭਾਵੇਂ ਉਹ ਕਿਸੇ ਸੰਸਥਾ ਵੱਲੋਂ ਛਪੀਆਂ ਹੋਣ, ਕੋਈ ਵਿਰਲਾ ਹੀ ਹੈ ਲਿਖਾਰੀ ਜਿਹੜਾ ਪਹਿਲਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਦਾ ਹੈ। ਕਿਉਂਕਿ ਅਸੀਂ ਜਿਹੜੇ ਨਾ ਪੰਜਾਬੀ ਲੋਕ ਆਪਣਾ ਕਲਚਰ ਛੱਡਣ ਵਿੱਚ ਤੇ ਦੂਜਿਆਂ ਦਾ ਧਾਰਨ ਕਰਨ 'ਚ ਬਹੁਤੇ ਕਾਲੇ।
जिन्नी काल असी करते हैं इस काम में, अपनी बोली छड्डनी होवे, अपना पहरावा छड्डना होवे, अपना कल्चर छड्डना होवे। वर्ल्ड विच बंदे चुन लो, पंजाबी पहले नंबर ते आ जाते दूजियां दी रीस करन विच। सब तो वड्डी ढिल है भी कोई भी किताब लिखो तो पहला मंगलाचरण ही ना करो। गुरु साहिबान ने कोई भी बाणी लिखी है पहला मंगलाचरण की। 10वें पातशाह ने कोई भी बाणी लिखी है पहला मंगलाचरण की। भाई गुरदास जी ने कोई भी वार लिखी है पहला एक ओंकार सतगुर प्रसाद लिखी है। भाई संतोख सिंह जी ने, भाई रतन सिंह भंगू जी ने, जिन्हें भी साडे पुराने विद्वान कवि लेखक, उन्हां सारियां ने पहला मंगलाचरण जरूर किया, तां कि सानू सारियां नूं इह पढ़न वालियां नूं पता लगे भी साडे जिहड़े लिखारी सी वो शरधावान सीगे, वो आस्तिक सीगे, नास्तिक नहीं सी। ते दूसरा उन्हां दे मन में शरधा सी भी असी काम जिहड़ा शुरू करन लगे हां परमेश्वर पूरा करे, इहदे च विघन ना पवे। सो ये शब्द दे रंभ विच महाराज लिख रहे एक ओंकार सतगुर प्रसाद। वाहिगुरू एक है, सारिਆਂ ਨੂੰ पैदा करदा, सारिਆਂ ਨੂੰ रोटी प्रसादा भी दिंदा, सारिਆਂ ਨੂੰ अपने च लीन भी करदा। जागृत सुपन सुखोपती तिन्ना अवस्था विटनेस बन के रहिंदा, नाल देखदा सारा कुछ, आप कुछ नहीं करता, करता होया भी अकरता है। सारा कुछ देखी जाता, कराई जाता, करी जाता, पर फिर भी न्यारा है। ऐसा वाहिगुरू सतगुर प्रसाद, सतगुरां दी किरपा नाल उहदे स्वरूप दी प्राप्ति हुंदी है। से उतरी जिन राम ध्याई। हुण महाराज कहंदे से उतरे जिन राम ध्याई। ये संसार समुंदर जो पार कौन लंघे हन, किन्हां दा बेड़ा बने लगा है। जतन माया के जिन राम ध्याई, जिन्हां ने नाम जपिया वाहिगुरू 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 वाहिगुरू। वाहिगुरू नाम जहाज है, चढ़े सोतरे पार। से उधरे जिन राम ध्याए, जिन्हां ने राम दा सिमरन कीता। राम दा मतलब जो रमिया होया है, कण कण विच, जरे जरे च, पत्ते पत्ते विच जिहदी जोत रमी हुई है। राम रमनता जानी है। राम दा अर्थ है जो रमिया होया। कोई ऐसी जगह नहीं जिथे राम नहीं, आखो श्री वाहिगुरू। कोई ऐसी थां नहीं जिथे राम नहीं। से उधरे जिन राम ध्याए, वो तरे हन जीव जिन्हां ने राम परमेश्वर वाहिगुरू नूं ध्याया है। जतन माया के काम न आए। परमेश्वर नूं छड्ड करके वाहिगुरू नूं त्याग के जे कोई तरन दे होर यतन कर लवे, माया दे यतन, क्योंकि एक परमेश्वर दा नाम है जिहड़ा माया तो बाहर है, बाकी सारा पसारा माया दे अंदर है। आखो सतनाम श्री वाहिगुरू। जे कोई मायावी तरीके नाल, माया हुंदी है जो दिसदी होवे पर होवे ना। माया दी डेफिनेशन दसम पातशाह जी गुरु गोबिंद सिंह जी ने इदां लिखी है, कहंदे जो कछ दृष्ट गोचर आवत, ताको मन माया ठहरावत। जो 5 साइंस, 5 ज्ञान इंद्रियां, अखां, ਕੰਨ, ਨੱਕ, ਚਮੜੀ ਤੇ ਜੀਭ ਹਨ ਸਾਡੇ ਕੋਲ। ਪਹਿਲੇ ਨੰਬਰ ਤੇ ਕੰਨ ਹਨ, ਫਿਰ ਦੂਜੇ ਨੰਬਰ ਤੇ ਚਮੜੀ ਹੈ, ਤੀਜੇ ਨੰਬਰ ਤੇ ਅੱਖਾਂ ਹਨ, ਚੌਥੇ ਤੇ ਸਾਧ ਸੰਗਤ ਜੀ ਆ ਸਾਡੀ ਜਿਹੜੀ ਜੀਭ ਹੈ, ਤੇ ਪੰਜਵੇਂ ਤੇ ਨਾਸਿਕਾ ਹੈ। ਇਹ 5 ਗਿਆਨ ਇੰਦਰੀਆਂ। ਇਹਨਾਂ 5 ਗਿਆਨ ਇੰਦਰੀਆਂ ਦੇ ਰਾਹੀਂ ਸਾਨੂੰ ਬਾਹਰ तो नॉलेज अंदर आ रही है, होर कोई रास्ता नहीं। आ दुनिया दिख रही है आपां नूं, जागदियां दिसदी है, सुपने विच बाहरला कुछ नहीं, अंदर ही रचिया जाता। सुपने विच बंदा दौड़दा, ओहदियां लत्तां ते मंजे ते पईयां हुंदियां। सुपने विच असीं
ਕਹਿੰਦੇ ਆ ਵੀ ਅੱਜ ਮੈਨੂੰ ਬੰਦਾ ਦਿਸਿਆ ਸੁਪਨੇ ਵਿੱਚ, ਉਹਨੇ ਲਾਲ ਪੱਗ ਬੰਨੀ ਹੋਈ ਸੀ। ਸੁਪਨੇ 'ਚ ਬੰਦਾ ਮੈਨੂੰ ਦਿਖਿਆ, ਚਿੱਟੇ ਕੱਪੜੇ ਪਾਏ ਸੀ। ਸੁਪਨੇ 'ਚ ਮੈਨੂੰ ਬੰਦਾ ਦਿਸਿਆ, ਨੀਲੀ ਪੱਗ ਬੰਨੀ ਸੀ। ਹੁਣ ਨੀਲਾ, ਕਾਲਾ, ਲਾਲ, ਪੀਲਾ, ਚਿੱਟਾ, ਹਰਾ ਇਹ ਤੇ ਅੱਖਾਂ ਦਾ ਵਿਸ਼ਾ ਹੈ। ਬਾਹਰ ਤਾਂ ਅੱਖਾਂ ਬੰਦ ਸੀਗੀਆਂ, ਅੰਦਰਲੇ ਰੰਗ ਕਿਵੇਂ ਦਿਸ ਗਏ? ਇਹਦਾ ਮਤਲਬ ਅੰਤਰ ਦ੍ਰਿਸ਼ਟੀ, ਸੂਖਮ ਸਰੀਰ ਨੇ ਉਹ ਦੇਖਿਆ ਹੈ। ਤੀਸਰੀ ਹੈ ਗੂੜੀ ਨੀਂਦ। ਗੂੜੀ ਨੀਂਦ ਵਿੱਚ ਚਲਾ ਗਿਆ, 5-6 ਘੰਟੇ ਬਹੁਤਾ ਕੰਮ ਕਰਕੇ ਥੱਕਿਆ ਹੋਵੇ ਬੰਦਾ, ਪੈ ਜਾਵੇ, ਸੁਪਨਾ ਵੀ ਨਹੀਂ ਆਉਂਦਾ। ਕਹਿੰਦਾ ਅੱਜ ਇੰਨੀ ਗੂੜੀ ਨੀਂਦ ਆਈ, ਮੈਨੂੰ ਪਤਾ ਹੀ ਨਹੀਂ ਚੱਲਿਆ ਮੈਂ ਕਿੱਥੇ ਪਿਆ ਹਾਂ। ਹੁਣ ਉਹਨੂੰ ਕੁਐਸਚਨ ਕਰੋ, ਤੈਨੂੰ ਪਤਾ ਨਹੀਂ ਚੱਲਿਆ ਤੂੰ ਕਿੱਥੇ ਪਿਆ ਹੈ? ਅੱਛਾ ਇਹ ਦੱਸ ਵੀ ਪਤਾ ਨਾ ਚੱਲਣ ਦਾ ਪਤਾ ਕਿਹਨੂੰ ਚੱਲਿਆ? ਪਤਾ ਨਾ ਚੱਲਣ ਦਾ ਵੀ ਪਤਾ ਹੁੰਦਾ, ਅਭਾਵ ਦਾ ਵੀ ਇੱਕ ਭਾਵ ਹੁੰਦਾ, ਅਣਹੋਂਦ ਦੀ ਵੀ ਇੱਕ ਹੋਂਦ ਹੁੰਦੀ ਹੈ। ਅਣਹੋਂਦ, ਅਭਾਵ, ਉਹਦੀ ਵੀ ਇੱਕ ਹੋਂਦ ਹੈ। ਉਹ ਕੀ ਹੈ? ਜੋ ਤੈਨੂੰ ਪਤਾ ਨਹੀਂ ਚੱਲਿਆ, ਉਸ ਪਤਾ ਨਾ ਚੱਲਣ ਦਾ ਪਤਾ ਜਿਸ ਨੂੰ ਚੱਲਿਆ ਹੈ, ਉਹ ਕੀ ਚੀਜ਼ ਹੈ? ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਉਸ ਰਾਮ ਤੱਕ ਪਹੁੰਚਣ ਤੋਂ ਬਿਨਾਂ, ਉਸ ਰਾਮ ਤੋਂ ਜਾਣੇ ਤੋਂ ਬਿਨਾਂ, ਦਿਸਦੇ ਹੋਏ ਪਦਾਰਥਾਂ ਸਾਧਨਾ ਨਾਲ ਜੇ ਤੂੰ ਸੰਸਾਰ ਸਾਗਰ ਨੂੰ ਤਰਨਾ ਚਾਹੁੰਦਾ ਹੈ ਤੇ ਤੂੰ ਕਾਮਯਾਬ ਨਹੀਂ ਹੋ ਸਕਦਾ। ਨਹੀਂ ਹੋ ਸਕਦਾ। ਕਿਉਂ? ਉਹ ਸਮੁੰਦਰ ਤਰਨ ਵਾਸਤੇ ਇੱਕੋ ਹੀ ਤਰੀਕਾ ਹੈ। ਸੇ ਉਧਰੇ ਜਿਨ ਰਾਮ ਧਿਆਏ, ਜਤਨ ਮਾਇਆ ਕੇ ਕਾਮ ਨਾ ਆਏ। ਜੋ ਦਿਸਦੇ ਪਦਾਰਥਾਂ ਦੇ 5 ਸੈਂਸ ਜਿਹੜੇ ਨੇ, 5 ਗਿਆਨ ਇੰਦਰੀ ਜਿਹੜੇ ਨੇ, ਉਹਨਾਂ ਰਾਹੀਂ ਜੋ ਤੂੰ ਪ੍ਰਾਪਤ ਕੀਤਾ ਹੈ ਉਹ ਮਾਇਆ ਹੈ। ਉਹਦੇ ਨਾਲ ਕੁਛ ਨਹੀਂ ਬਣਨਾ, ਅੰਦਰ ਜਾਣਾ ਪੈਣਾ। ਬਾਹਰੋਂ ਤੁਹਾਨੂੰ ਭਵ ਸਾਗਰ ਤੋਂ ਲੰਘਾਉਣ ਲਈ ਆ ਜਿੰਨੇ ਵੀ ਸਾਧਨ ਨੇ ਬਣਾ ਲਓ, ਕਲਪਨਾ ਕਰ ਲਓ ਵੀ ਮੈਂ ਸੰਸਾਰ ਸਮੁੰਦਰ ਤੋਂ ਤਰਨਾ, ਕੋਈ ਵੱਡਾ ਸਾਰਾ ਜਹਾਜ਼ ਬਣਾ ਲਵਾਂ। ਵੱਡਾ ਸਾਰਾ ਜਹਾਜ਼ ਅਮਰੀਕਾ ਤੋਂ ਇੰਡੀਆ ਲਿਜਾ ਸਕਦਾ, ਆਸਟ੍ਰੇਲੀਆ ਲਿਜਾ ਸਕਦਾ। ਇਹੋ ਜਿਹਾ ਵੀ ਤੁਸੀਂ ਜਹਾਜ਼ ਬਣਾ ਲਓ ਵੀ ਚੰਦਰਮਾ ਤੇ ਲਿਜਾ ਸਕਦਾ, ਸੂਰਜ ਤੇ ਲਿਜਾ ਸਕਦਾ, ਪਰ ਸੰਸਾਰ ਤੋਂ ਪਾਰ ਨਹੀਂ ਲਿਜਾ ਸਕਦਾ। ਸੰਸਾਰ ਤੋਂ ਪਾਰ ਤੇ ਉਹੀ ਜਹਾਜ਼ ਲੈ ਕੇ ਜਾਏਗਾ ਜਿਹਨੂੰ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਹੈ। ਹਾਂਜੀ। ਰਾਮ ਧਿਆਏ ਸਭ ਫਲ ਪਾਏ। ਸਾਹਿਬ ਜੀ ਫਰਮਾਨ ਕਰਦੇ ਰਾਮ ਧਿਆਏ, ਰਮਿਆ ਹੋਇਆ ਜਿਹੜਾ ਵਾਹਿਗੁਰੂ ਸਾਰਿਆਂ ਦੇ ਕਣ ਹਿਰਦੇ ਵਿੱਚ, ਕਣ ਕਣ ਵਿੱਚ, ਜਰੇ ਜਰੇ ਚ, ਪੱਤੇ ਪੱਤੇ ਚ ਬਿਰਾਜਮਾਨ ਹੈ। ਰਾਮ ਧਿਆਏ, ਜਿਨ੍ਹਾਂ ਨੇ ਉਸ ਨੂੰ ਧਿਆਇਆ ਹੈ, ਜੋ ਮੇਰੇ ਅੰਦਰ ਵੀ ਹੈ ਮੇਰੇ ਬਾਹਰ ਵੀ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਇਹ ਨਹੀਂ ਵੀ ਪ੍ਰਮਾਤਮਾ ਅੰਦਰ ਹੈ ਤੇ ਬਾਹਰ ਨਹੀਂ, ਜਾਂ ਬਾਹਰ ਹੈ ਤਾਂ ਅੰਦਰ ਨਹੀਂ। ਜੋ ਰਾਮ ਦਾ ਮਤਲਬ ਸਾਰੀ ਥਾਂ ਤੇ ਹੈ, ਤੇ ਅੰਦਰ ਵੀ ਹੈ ਬਾਹਰ ਵੀ ਹੈ। ਜਿਹੜਾ ਮੇਰੇ ਅੰਦਰ ਵੀ ਹੈ ਮੇਰੇ ਬਾਹਰ ਵੀ ਹੈ, ਉਹ ਰਾਮ ਜੇ ਧਿਆ ਲਿਆ। ਮਹਾਰਾਜ ਕਹਿੰਦੇ ਧਨ ਰਾਮ ਧਿਆਏ ਸਭ ਫਲ ਪਾਏ। ਫਿਰ ਸਾਰੇ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਪਰਮੇਸ਼ਰ ਨੂੰ ਧਿਆ ਲਈਏ, ਵਾਹਿਗੁਰੂ ਦਾ ਸਿਮਰਨ ਕਰ ਲਈਏ, ਧੰਨ ਧੰਨ ਤੇ ਵੱਡ ਭਾਗੀਆ, ਫਿਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਗਈ। ਧੰਨ ਹਨ ਉਹ ਬੰਦੇ, ਧੰਨ ਹਨ ਉਹ ਬੰਦੇ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੇ ਧਿਆ ਲਿਆ। ਇਸ ਦੁਨੀਆ ਵਿੱਚ ਸਭ ਤੋਂ ਔਖਾ ਕੰਮ ਵੀ ਇਹੀ ਹੈ। ਆਖਣ ਔਖਾ ਸਾਚਾ ਨਾਮ। ਹੋਰ ਸਾਰੇ ਕੰਮ ਆਪਾਂ ਕਰ ਲੈਂਦੇ ਹਾਂ, ਜਿੰਨੇ ਮਾਇਆਵੀ ਕੰਮ ਨੇ, ਔਖੇ ਤੋਂ ਔਖੇ ਕੰਮ ਲੋਕ ਕਰ ਲੈਂਦੇ ਨੇ, ਪਰ ਪਰਮੇਸ਼ਰ ਨੂੰ ਜਪਣਾ, ਨਾਮ ਜਪਣਾ ਬਾਰੇ ਕਹਿੰਦੇ ਕਠਿਨ ਕੰਮ ਹੈ। ਜਿਨ੍ਹਾਂ ਨੇ ਜਪ ਲਿਆ, ਜਿਨੀ ਨਾਮ ਧਿਆਇਆ, ਗਏ ਮੁਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਨੇ ਆਪਣਾ ਮਨੁੱਖਾ ਜਨਮ ਸਫਲਾ ਕਰ ਲਿਆ। ਗੋਲਡਨ ਚਾਂਸ ਮਿਲਿਆ ਸੀ, ਖਾਲੀ ਨਹੀਂ ਜਾਣ ਦਿੱਤਾ। ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਉਹ ਵੱਡੇ ਭਾਗਾਂ ਵਾਲੇ ਮਹਾਂਪੁਰਸ਼ ਹਨ। ਸਤ ਸੰਗ ਜਾਗੇ ਨਾਮ ਲਾਗੇ। ਉਹ ਮਹਾਂਪੁਰਸ਼ ਸਾਧ ਸੰਗਤ ਵਿੱਚ ਜਾ ਕੇ ਜਾਗ ਪਏ ਹਨ। ਸਤ ਸੰਗ ਜਾਗੇ, ਬਾਕੀ ਦੁਨੀਆ ਸੁੱਤੀ ਪਈ ਹੈ।
महाराज कहते सारा संसार ही सुता पिया, जागण वाला कोई कोई है। कल जागे नामा जयदेव, कलयुग दे विच नामदेव जागया, जयदेव जी जागे, रविदास जी जागे, कबीर जी जागे। पिछले युगां विच भी कोई विरले विरले बंदे जागे। जागण वालियां दी ते सौण वालियां दी महाराज ने बाणी च वखरी वखरी लिस्ट बना के दसी। महाराज कहते पिछले युगां विच कोई विरला विरला, कोई शिव जी भगवान जागया, शंकर उन्हां दा जिक्र आया। कहते हनुमान जागया, हनुमंत जागे, धर लंकूर ते कुछ भगत होए। सुदामा जागया, भगवान कृष्ण जी महाराज दा प्रेमी सी। बिदर जी जागे, वो पिछले युगां में जागे। कलयुग च कौन जागया? कल जागे नामा जयदेव, नामदेव जागे, जयदेव जी जागे। सारी दुनिया ही सुती रह जाती है, आए सुते ही रह गए। जिवें साध संगत जी एयरपोर्ट ते आपां जांदे हां ते वेटिंग रूम बनिया हुंदा। वेटिंग रूम दे विच जे कोई जहाज जां कोई गड्डी जां कोई ट्रेनां दे रेलवे स्टेशनां ते भी हुंदा, अपनी गड्डी लेट होवे जां जहाज लेट होवे, आपां वेटिंग रूम च वेट करदे हां। उत्थे आराम करने सौ जावे कोई बंदा, वो सुता ही रह जाए, ओहदी गड्डी जां ओहदा जहाज आके चला जावे, वो पिछों पछताएगा। हुण साडा जहाज आने वाला है, मनुखा जन्म की वारी आई है, पर आपां सुत्तियां लंघा रही है। इस करके सच्चे पातशाह महाराज कहते हैं, भाई जाग पो, जाग लिहो रे मना, जाग लिहो कहाँ गाफल सोया। कहाँ गाफल सोया, किथे गफलत दी नींद सुता पिया। जो तन उपजा संग ही, जिहड़ा शरीर तेरे नाल आया सी सो भी संग ना होया। जान लगे इत्थे सुट जाना, जिहड़ा शरीर नाल आया वो भी नाल नहीं जाना। संग की देह ना संग सिधा है। दसम पातशाह दे बचन ने, संग की देह ना संग, संग दी जिहड़ी देह नाल आई सी वो भी नाल नहीं जाती। औरंगजेब नूं भी दसवें पातशाह ने जफरनामे च लिखिया, तू गाफिल मसौं जी सिपंजी सराय के आलम गुजर कसे जा बजाए। औरंगजेब तू सराह च सुता होया। सराह मैंने वेटिंग रूम, सराह मैंने गुरुद्वारे सराहां बनी हुंदियां, उत्थे लिखिया हुंदा यात्रु 3 दिन तो वध नहीं ठहर सकदा। ते जे कोई मूर्ख बंदा कहे जी गुरुद्वारा है 3 दिन तो वध के क्यों नहीं ठहर सकदा, प्रबंधक कहते जी 3 दिन बाद होर भी किसी ने आना, फिर तू कला तो नहीं भी तू कमरे च बैठा रहे मिसाल, तो होर बेचारे जिहड़े आउणगे वो कित्थे जाणगे। ये दुनिया महाराज परमेश्वर ने जदों बनाई सी, उस वेले कहते पहला परमेश्वर ने, ये दसम पातशाह ने बाणी च लिखे सारे वचन, कहते पहला पैदा करी गया, पैदा होई गए, मरे कोई है ना, दुनिया कीड़ियां तरह हो गई। थां थां दे बंदे ही बंदे, पशु पंछी आपस में टक्करां मारी जान। तां फिर काल पुरख ने विष्णु नूं बुला के आख्या भी तू हुण ना शिव जी का रूप, रुद्र का रूप धारण कर लै, तरसूल फड़ लै, मारी जा इन्हां नूं। जदों कोई 50-40 साल का हुंदा है, बड़ा छोटा नगा दे पार, होर भी तो आने ने। ये दसम पातशाह ने अपनी बाणी च कथा लिखी है, क्यों समझाया सानू। एक पासे जन्म की महाराज ने बनाई है खेड, एक पासे मौत की भी बनाई है। जे जन्म की बना दिंदा, मौत की बनांदा ना, करोड़ां सालां विच इत्थे किन्ने क जीव होने सी, जम्मी जांदे, इत्थे 1 इंच भी थां नहीं सी रहनी। वाहिगुरू ने जो विध बनाई है ना, बड़ी सोच समझ के बनाई हुई है। आ रहे ने, जा रहे ने, जम रहे ने, मर रहे ने। सो इस वास्ते भाई जाग लो, अपना जन्म सफला कर लो। महाराज कहते सतसंग जागे, जेड़े साध संगत करके जागे हन, एक स्यो दिव लागिया। सतसंग जागे, नाम लागे, जेड़े नाम ना लगे ने, वाहिगुरू 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 जपदे ने, एक स्यों लिव लागिया, जिन्हां दी लिव एक परमेश्वर नाल लग गई है। तजमान मोह विकार,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਆਪਣੇ ਮਨ ਵਿੱਚੋਂ ਮਾਣ ਮੋਹ ਵਿਕਾਰ ਛੱਡ ਦਿੱਤੇ। ਸਭ ਤੋਂ ਵੱਡਾ ਰੋੜਾ ਪ੍ਰਮਾਤਮਾ ਨੂੰ ਮਿਲਣ 'ਚ ਸਾਡਾ ਮਾਣ ਹੀ ਹੈ। ਕਬੀਰ ਮਾਇਆ ਤਜੀ ਤੋਂ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਪੈਸਾ ਮਾਇਆ ਧਨ ਪਦਾਰਥ ਧੀਆਂ ਪੁੱਤਰ ਘਰ ਬਾਰ ਛੱਡਣੇ ਸੌਖੇ ਨੇ, ਆਪਣਾ ਮਾਣ ਛੱਡਣਾ ਬੜਾ ਔਖਾ ਹੈ, ਬੜਾ ਕਠਿਨ। ਵੈਸੇ ਤਾਂ ਧੀਆਂ ਪੁੱਤਰ ਵੀ ਨਹੀਂ ਛੱਡੇ ਜਾਂਦੇ, ਪੈਸਾ ਵੀ ਨਹੀਂ ਛੱਡਿਆ ਜਾਂਦਾ, ਆਪਣੀ ਸੂਈ ਨਹੀਂ ਛੱਡੀ ਜਾਂਦੀ। ਸਾਡਾ ਤਾਂ ਮੇਰਾ ਤਾਂ ਇਹ ਲੈਵਲ ਹੈ, ਮੈਂ ਕਹੀ ਜਾਵਾਂ ਵੀ ਛੱਡ ਦਿਆਂਗੇ, ਬੜਾ ਔਖਾ ਛੱਡਣਾ। ਪਰ ਚਲੋ ਜੇ ਕੋਈ ਬੰਦਾ ਤਿਆਗੀ ਹੋਣ ਦਾ ਦਾਅਵਾ ਕਰੇ, ਤਿਆਗ ਕਰ ਲਵੇ, ਸਾਰਾ ਕੁਝ ਛੱਡ ਦੇਵੇ, ਮਾਣ ਤਜਿਆ ਨਹੀਂ ਜਾਏ, ਆਪਣਾ ਮਾਣ ਨਹੀਂ ਛੱਡਿਆ ਜਾਂਦਾ। ਮਹਾਰਾਜ ਕਹਿੰਦੇ ਉਹਦੇ ਨਾਲ ਵੀ ਪਰਮੇਸ਼ਰ ਨਹੀਂ ਮਿਲਦਾ, ਉਹੀ ਰੋੜਾ ਅੜ ਜਾਂਦਾ। ਤਾਂ ਅੱਜ ਮਾਣ ਮੋਹ ਵਿਕਾਰ, ਮਨ ਦੇ ਵਿਕਾਰ ਜਿਹੜੇ ਹਨ, ਫੁਰਨੇ ਜਿਹੜੇ ਚੱਲਦੇ ਹਨ, ਤਿਆਗ ਕੇ ਸਾਧੂ ਲਗਤ ਰੋ ਤਿਨ ਕੈ ਪਾਏ। ਸਾਧੂਆਂ ਦੇ ਚਰਨਾਂ ਨਾਲ ਲੱਗ ਜਾਓ, ਆਪਣਾ ਮਾਣ ਛੱਡ ਕੇ ਸੰਤਾਂ ਕੀ ਹੋਏ ਦਾਸਰੀ, ਇਹੋ ਵਿਚਾਰਾ ਸਿਖਰੀ। ਤਿਆਗ ਸਿਆਣਪ ਚਾਦਰੀ ਤੋਂ ਜਾਣ ਗੋਪਾਲੈ ਸਾਗਰੀ। ਆਪਣਾ ਮਾਣ ਮੋਹ ਤਿਆਗ ਕੇ ਮਹਾਂਪੁਰਸ਼ਾਂ ਪਰਮੇਸ਼ਰ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਣ ਜਾਈਏ। ਬਿਨਵੰਤ ਨਾਨਕ ਸਰਣ ਸੁਆਮੀ। ਸਤਿਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਬੇਨਤੀ ਰੂਪ ਬਚਨ ਹਨ, ਉਸ ਪਰਮੇਸ਼ਰ ਅਕਾਲ ਪੁਰਖ ਦੀ ਸ਼ਰਨ ਪੈਣ ਦਾ ਤਰੀਕਾ ਦੱਸ ਰਹੇ ਹਨ। ਕਹਿੰਦੇ ਉਹਦੀ ਸ਼ਰਨ ਪਾਓ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਹੈ ਵਾਹਿਗੁਰੂ ਨਾ ਜਪ ਕੀਤਾ ਨਾ ਤਪ ਕੀਤਾ ਤੇ ਨੀਚ ਕਰਮ ਸਾਰੇ ਕੀਤੇ ਨੇ। ਮੈਂ ਚੰਗਾ ਕੰਮ ਕੋਈ ਨਹੀਂ ਕੀਤਾ, ਮਾੜੇ ਮੈਂ ਸਾਰੇ ਹੀ ਕੀਤੇ ਨੇ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਆਪਣੀ ਸ਼ਰਨ ਵਿੱਚ ਰੱਖ ਲਓ ਮਹਾਰਾਜ ਜੀ। ਵੱਡ ਭਾਗ ਦਰਸ਼ਨ ਪਾਈ। ਵੱਡੇ ਭਾਗਾਂ ਵਾਲਿਆਂ ਨੂੰ ਪਰਮੇਸ਼ਰ ਦੇ ਸਰੂਪ ਦੇ ਦਰਸ਼ਨ ਹੁੰਦੇ। ਵੱਡੇ ਭਾਗਾਂ ਵਾਲਿਆਂ ਨੂੰ ਸਾਧੂਆਂ ਮਹਾਂਪੁਰਸ਼ਾਂ ਦੇ, ਰੱਬ ਦੇ ਪਿਆਰਿਆਂ ਗੁਰੂਆਂ ਦੇ ਦਰਸ਼ਨ ਹੁੰਦੇ। ਬਿਨਾਂ ਭਾਗਾਂ ਦੇ ਗੁਰੂ ਨਹੀਂ ਮਿਲਦਾ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨੈ ਭਇਆ ਪ੍ਰਗਾਸਾ। ਕੋਇ ਨਾ ਪਹੁੰਚਣ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੈ। ਮਿਲ ਸਾਧੂ ਨਿਤ ਭਜ ਹੈ ਨਾਰਾਇਣ। ਮਹਾਰਾਜ ਕਹਿੰਦੇ ਭਾਈ ਸਾਧੂਆਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਨੂੰ ਮਿਲ ਕੇ ਨਿਤ ਸੰਤ ਜਨਾਂ ਕੀ ਸੰਗਤ ਜਾਏ, ਵਈਐ ਮੂੰਹ ਜੋੜੀਐ। ਸਤ ਸੰਗਤ ਵਿੱਚ ਜਾਓ, ਗੁਰਸਿੱਖਾਂ ਪਿਆਰਿਆਂ ਦੇ ਕੋਲ ਮਿਲ ਕੇ ਭਜੈ ਨਾਰਾਇਣ। ਨਾਰਾਇਣ ਪਰਮੇਸ਼ਰ ਦਾ ਭਜਨ ਕਰੀਏ। ਨਾਰ ਨਾਮ ਸਾਧ ਸੰਗਤ ਜੀ ਜਲ ਦਾ ਹੈ, ਜਿਹਦਾ ਜਲ ਵਿੱਚ ਨਿਵਾਸ ਹੈ ਉਹਨੂੰ ਨਾਰਾਇਣ ਕਹਿੰਦੇ। ਨਾਰ ਨਾਮ ਪਾਣੀ ਦਾ ਹੈ, ਪਰਮੇਸ਼ਰ ਪਾਣੀ ਵਿੱਚ ਵਸਦਾ ਹੈ। ਸਾਇੰਟੀਫਿਕ ਕਾਰਨ ਹੈ। ਕਿਵੇਂ? ਜੋ ਕੁਝ ਪੈਦਾ ਹੋ ਰਹੀ ਲਾਈਫ ਦੁਨੀਆ ਵਿੱਚ, ਜਿੰਨੇ ਆਪਾਂ ਬੈਠੇ ਹਾਂ 84 ਲੱਖ ਜੂਨਾਂ, ਜਿਨ੍ਹਾਂ 'ਚ ਚੇਤਨ ਸੱਤਾ ਹੈ, ਸੁਣਨ ਦੀ, ਦੇਖਣ ਦੀ, ਬੋਲਣ ਦੀ, ਸਮਝਣ ਦੀ, ਵੇਖਣ ਦੀ ਪਾਵਰ ਹੈ, ਐਨਰਜੀ ਹੈ, ਜਿਹਨੂੰ ਆਪਾਂ ਅੰਗਰੇਜ਼ੀ ਵਾਲੇ ਸੋਲ ਕਹਿ ਦਿੰਦੇ ਨੇ, ਪਰ ਆਤਮਾ ਸ਼ਬਦ ਉਸ ਤੋਂ ਬਹੁਤ ਵੱਡਾ ਹੈ। ਉਹ ਜਿਹੜੀ ਆਤਮਾ ਸ਼ਕਤੀ ਹੈ, ਆਤਮਾ ਸ਼ਕਤੀ ਕਿੱਥੋਂ ਸੰਸਾਰ 'ਚ ਪ੍ਰਫੁੱਲਤ ਹੁੰਦੀ ਹੈ? ਸਾਹਮਣੇ ਕਿਵੇਂ ਆਉਂਦੀ? ਪਾਣੀ ਦੇ ਰਾਹੀਂ। ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਇ। ਉਸ ਪਾਣੀ ਵਿੱਚ ਸ਼ਕਤੀ ਕਿੱਥੋਂ ਆਈ ਹੈ? ਕਹਿੰਦੇ ਨਾਰਾਇਣ, ਪਰਮੇਸ਼ਰ ਤੋਂ ਆਈ। ਨਾਰ ਆਇਣ, ਨਾਰ ਪਾਣੀ, ਆਇਣ ਮੈਨੇ ਘਰ, ਜਿਹਦਾ ਜਲ ਵਿੱਚ ਨਿਵਾਸ ਹੈ। ਪੁਰਾਣਕ ਲੋਕ ਕਹਿ ਦਿੰਦੇ ਨੇ ਵੀ ਭਗਵਾਨ ਨੇ ਸੀਰ ਸਮੁੰਦਰ 'ਚ ਸ਼ੇਸ਼ ਨਾਗ ਦੀ ਸੇਜਾ ਤੇ ਆਸਣ ਲਾਇਆ ਹੋਇਆ। ਉਹ ਇਹੀ ਆਸਣ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਦੀ ਪਾਵਰ ਰੱਖਦਾ ਹੈ, ਸ਼ਕਤੀ ਰੱਖਦਾ। ਫਿਰ ਪੈਦਾ ਕਰਕੇ ਉਹਦੇ ਤੋਂ ਵੱਖਰਾ ਨਹੀਂ ਹੋ ਜਾਂਦਾ, ਵਿੱਚ ਬਹਿ ਜਾਂਦਾ। ਹਰ ਜੀਉ ਗੁਫਾ ਅੰਦਰ
रख के वाजा पाउण वजाया। अपना आप विच रख के ते फिर हवा दे नाल पंपिंग करदा हर वेले हो रही है। जदों वो पंपिंग रुक जाती है समाप्ति हो जाती है। जिन्ना चਿਰ श्वास आ रहे ने जा रहे ने वाजा पाउण वजाया, वो वाजा वज रहा, बोल रहे हैं, सुन रहे हैं, देख रहे हैं, हस रहे हैं, खेड रहे हैं। जिस दिन वाजा हवा ना अंदर गई, बाहर ना आई, श्वास रुक गए, सारा कुछ समाप्त हो जाता। महाराज कहते ऐसा नारायण परमेश्वर है। दूसरा अर्थ नारायण, रायण नाम रात दा हनेरे दा है, नाम मैंने नहीं जिहदे विच हनेरा नहीं, प्रकाश ही प्रकाश। परमात्मा प्रकाश रूप है, अज्ञानता दे अंधेरे तो ऊपर है। ऐसा वो वाहिगुरु, ओदा नाम जपना करिए। रसक रसक स्वामी गुण गायण। रसक रसक प्यार नाल वाहिगुरु 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 वाहिगुरु, तू ही है, तू ही है, जलस तू ही, थलस तू ही, बिरछस तू ही, पतस तू ही। ये तो स्वामी दे वाहिगुरु दे गुण गाने ने, ये काम करना ही पैना, कीते बिना खैड़ा नहीं छुटना। हाँ जी। गुण गाए जीव है हर अमेओ पीव है। महाराज कहते वाहिगुरु दे गुण गा के संत जन जिउंदे हन ते नाम दा अमृत पींदे हन। बाकी दे संसार विच सारा जहर ही है। महापुरुषां नूं एक वारी पुछया, कहंदे सिंह साडे नाल सी, कहंदा जी बाबा जी जहर की हुंदा? यानी इंद्रजीत ਸਿੰਘ ਹੋਰਾਂ ਨੂੰ कहंदे जी जहर की हुंदा? ਉਹ कहंदे अमृत की हुंदा? अगों सवाल करता। ਉਹ ਕਹਿੰਦਾ अमृत ਤਾਂ जी परमेश्वर ਦਾ नाम ही हुंदा। कहंदे ਉਹਨੂੰ ਛੱਡ के सारा ਜ਼ਹਿਰ ही हुंदा। आखो सही वाहिगुरू, परमेश्वर ਦੇ नाम ਨੂੰ ਛੱਡ के बाकी सारा ਜ਼ਹਿਰ ही है। सो इत्थे साहिब जी फरमान कर रहे ने कि रसक रसक स्वामी गुण गायन। प्रेम नाल वाहिगुरु 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 जपदे ने, गुण गाए जीवै अम्यो पीवै। जदों गुण गा के जींदे ने, आखां जीवां विसरै मर जाओ। जदों आखदे ने जिउंदे ने, जदों भुल जांदे इदां लगदा जिवें मर गए। जिहड़ा सवास वाहिगुरु 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 करदे चल रहा है, वो साध संगत जी, वो साडी लाइफ है, वो साडी जिंदगी है, वो साडा जीवन है। जिहड़ा सवास वाहिगुरु तो बिना जा रहा, वो साडी मौत है। हाँ, जन्म मरना भागई। महाराज कहते जन्म मरना भाग गए। जन्म मरना जिहड़ा है वो भज जांदा, दूर हो जांदा। भाग गए दा मतलब भज गया। पंजाबी दी बोली भग गया, भज गया। आपां पंजाबी भज गया कहने आ, पर कई जगह इधर थोड़ा साढ़े हरियाणे वालों कहते भग गया, भाग गया। मारे कहते जन्म मरना भाग गए। जन्म मरना परे हो जाता। हुण तो सानू सारे जिन्ने भी आपां बैठे हैं, मेरे समेत सानू इदां लगदा असीं जम्मे आ। सारे अपनी बर्थ डेट चुकी फिरदे, सारिਆਂ ਨੂੰ पता फलानी तरीक जम्मिया सी मैं। अच्छा ये भी पता भी असीं मरना, ये ठीक है भी मरण की डेट अजे नहीं पता, पर यह तो पता भी मरना। ये दो चीज़ों का अनुभव सारी दुनिया में हो रहा। सतगुरु कहते उस अवस्था में जाके जन्म मरण की गल ही दूर हो जाती है। न किस जन्म है न किस मर है, ऐसी अवस्था च पहुँच जाता है। सतसंग पाइया हर ध्याइया। साहब सच्चे पातशाह कहते साध संगत की प्राप्ति होंदी, होर किते नहीं होंदी। साधुआं महापुरुषां रब दे प्यारिਆਂ कोल बह के मिलदी चीज़ सतसंग। साधु नाम जपण वाले संत जनां दी संगत उत्थों मिलदी है। साध संग पाई है हर ध्याई है। वाहिगुरु परमेश्वर नूं ध्याईए, वाहिगुरु दा सिमरन करिए, बहुड़ दुख ना लागई। फिर मुड़ के दुख नहीं लगता। जिहड़ा दुख है सब तो बड़ा दुख जिहड़ा जम्मण मरण वड्डा विछोड़ा बिन सह जग सभाए। कढ़ाई जिहदे विच कड़ाह प्रसाद भी बनाते हैं, पकौड़े भी तलते हैं, बड़ियां चीज़ां बनाने। कढ़ाई तुसीं सारिਆਂ ने वेखी हुई, बेचारी सारी उम्र सड़दी है, थल्ले अग बलदी है।
ਤੇ ਉਹ ਕੜਾਈ ਜਿਹੜੀ ਹੈ ਚੁੱਲ੍ਹੇ ਤੇ ਰੱਖੀ ਕਿਵੇਂ ਜਾਂਦੀ ਹੈ? ਦੋ ਕੁੰਡਿਆਂ ਤੋਂ ਫੜ ਕੇ। ਅੱਛਾ, ਉੱਤੋਂ ਲਾਈ ਕਿਵੇਂ ਜਾਂਦੀ ਹੈ? ਦੋ ਕੁੰਡਿਆਂ ਤੋਂ ਫੜ ਕੇ। ਦੋ ਕੁੰਡੇ ਨੇ ਜਿਹੜੇ ਕੜਾਈ ਨੂੰ ਦੁੱਖਾਂ ਦੇ ਉੱਤੇ ਰੱਖਦੇ ਨੇ, ਉਹੀ ਦੋ ਕੁੰਡੇ ਨੇ ਜਿਹੜੇ ਦੁੱਖਾਂ ਤੋਂ ਥੱਲੇ ਲਿਆਉਂਦੇ ਨੇ। ਦੁੱਖਾਂ ਦੀ ਅੱਗ ਹੈ, ਕੜਾਈ ਸਾਡੀ ਲਾਈਫ ਹੈ, ਕੁੰਡੇ ਜਨਮ ਮਰਨ ਦੇ ਨੇ। ਜਨਮ ਦਾ ਦਿਨ ਤੇ ਮਰਨ ਦਾ ਦਿਨ, ਇਹ ਦੋ ਕੁੰਡੇ ਨੇ। ਜਨਮ ਹੋ ਗਿਆ, ਮਰਨ ਹੋ ਗਿਆ, ਤੇ ਲਾਈਫ ਜਿਹੜੀ ਸਾਰੀ ਉਹ ਥੱਲੇ ਭਾਂਬੜ ਬਚੇ ਹੀ ਨੇ। ਚਿੰਤਾ, ਫਿਕਰ, ਡਰ, ਟੈਨਸ਼ਨ, ਪਰੇਸ਼ਾਨੀ, ਲੈਣਾ ਦੇਣਾ, ਇਹ ਉਹ। ਕੌਣ ਸੁਖੀ ਹੈ? ਨਾਨਕ ਦੁਖੀਆ ਸਭ ਸੰਸਾਰ। ਸੱਚੇ ਪਾਤਸ਼ਾਹ ਕਹਿੰਦੇ ਤੇਰੀ ਲਾਈਫ ਦੀ ਕੜਾਈ ਦੋਆਂ ਕਾਰਨਾਂ ਕਰਕੇ, ਜਨਮ ਮਰਨ ਕਰਕੇ ਉੱਤੇ ਧਰਿੰਦੀ ਹੈ। ਜੇ ਉਹ ਹੀ ਕੁੰਡੇ ਟੁੱਟ ਜਾਣ, ਉਹ ਕੁੰਡੇ ਹੀ ਖਤਮ ਹੋ ਜਾਣ, ਕੜਾਈ ਤੇਰੀ ਦੁੱਖਾਂ ਦੀ ਅੱਗ ਤੇ ਨਹੀਂ ਧਰੀ ਜਾ ਸਕਦੀ। ਤੇਰੀ ਲਾਈਫ ਸੁਖੀ ਹੋ ਸਕਦੀ ਹੈ। ਜਨਮ ਮਰਨਾ ਭਾਗੇ। ਹਾਂਜੀ। ਕਰ ਦਇਆ ਦਾਤੇ ਪੁਰਖ ਵਿਧਾਤੇ। ਮਹਾਰਾਜ ਕਹਿੰਦੇ ਹੇ ਵਾਹਿਗੁਰੂ ਕਰ ਦਇਆ ਦਾਤੇ, ਇਹ ਦਾਤਾ ਜੀ ਦਇਆ ਕਰੋ, ਮਿਹਰ ਕਰੋ। ਪੁਰਖ ਵਿਧਾਤੇ, ਪੁਰਖ ਹੁੰਦਾ ਜੋ ਸਭ ਥਾਂ ਤੇ ਵਿਆਪਕ ਹੋਵੇ। ਪੁਰ ਦੇ ਅੰਦਰ ਖ ਨਾਮ ਆਕਾਸ਼ ਦਾ, ਜੋ ਖੱਖਾ ਅੱਖਰ ਹੈ ਨਾ, ਇਹ ਖਾਲੀ ਦਾ ਵਾਚਕ ਹੈ। ਖੱਖੇ ਤੋਂ ਹੀ ਖਾਲੀ ਬਣਿਆ। ਖਾਲੀ ਮੈਨੇ ਆਕਾਸ਼, ਸਪੇਸ। ਉਹ ਜਿਹੜਾ ਪਰਮਾਤਮਾ ਸਪੇਸ ਦੀ ਤਰ੍ਹਾਂ ਸਭ ਥਾਂ ਤੇ ਹੈ, ਕਿਉਂਕਿ ਸਪੇਸ ਆਕਾਸ਼ ਹਰ ਜਗ੍ਹਾ ਤੇ ਹੈ। ਅਮਰੀਕਾ, ਕੈਨੇਡਾ, ਇੰਗਲੈਂਡ, ਜਾਪਾਨ, ਆਸਟ੍ਰੇਲੀਆ, ਕਿਤੇ ਚਲੇ ਜਾਓ, ਆਕਾਸ਼ ਤਾਂ ਹਰ ਥਾਂ ਤੇ ਹੈ ਨਾ। ਜਿਵੇਂ ਆਕਾਸ਼ ਹਰ ਥਾਂ ਤੇ ਹੈ, ਪੁਰ ਦੇ ਵਿੱਚ ਜੋ ਵਿਆਪਕ ਨੂੰ ਪੁਰਖ ਕਹਿੰਦੇ, ਉਹ ਵਾਹਿਗੁਰੂ ਪਰਮੇਸ਼ਰ ਪੁਰਖ ਵਿਧਾਤੇ, ਜੋ ਵਿਧੀ ਬਣਾਉਣ ਵਾਲਾ, ਸਾਡੇ ਆ ਮੱਥੇ ਦੇ ਲੇਖ ਲਿਖਣ ਵਾਲਾ। ਕਰੀ ਲੋ ਕਲਮ ਲਿਖਿਓ ਲੇਖ ਮਾਥਨ, ਸਭੈ ਜੇਰ ਕੀਨੇ ਬਲੀ ਕਾਲ ਹਾਥਨ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹਨੇ ਲੋਹੇ ਦੀ ਕਲਮ ਨਾਲ ਲਿਖਿਆ ਹੋਇਆ। ਲੋਹੇ ਦੀ ਕਲਮ ਦਾ ਮਤਲਬ, ਆਪਾਂ ਲੋਹੇ ਦੀ ਕਲਮ ਪਾਤਸ਼ਾਹ ਨੇ ਵਰਤਿਆ ਸ਼ਬਦ, ਮੁਸਲਮਾਨ ਵੀਰ ਵੀ ਲੋਹ ਮਹਿਫੂਜ਼ ਕਹਿੰਦੇ ਨੇ। ਲੋਹ ਮਹਿਫੂਜ਼ ਦਾ ਮਤਲਬ ਹੈ ਅੱਲਾਹ ਤਾਲਾ ਨੇ ਲੋਹੇ ਦੀ ਕਲਮ ਨਾਲ ਬੰਦੇ ਦੇ ਲੇਖ ਲਿਖਤੇ, ਕਿਸਮਤ ਲਿਖਤੀ। ਉਹ ਜਿਹੜੀ ਕਿਸਮਤ ਜੋ ਲਿਖ ਦਿੱਤਾ ਉਹਨੂੰ ਮਿਲਣਾ ਹੀ ਮਿਲਣਾ। ਸੁੱਖ ਦੁੱਖ, ਹਰਖ ਸੋਗ, ਖੁਸ਼ੀ ਗਮੀ, ਵਾਧਾ ਘਾਟਾ, ਜੋ ਲਿਖਿਆ ਉਹ ਮਿਲਣਾ ਹੀ ਮਿਲਣਾ। ਮਹਾਰਾਜ ਕਹਿੰਦੇ ਉਹ ਵਿਧਾਤੇ ਨੇ, ਵਾਹਿਗੁਰੂ ਨੇ ਆਪਣੀ ਕਲਮ ਚਲਾਈ ਤੇ ਉਹ ਪੁਰਖ ਸਾਰਿਆਂ ਵਿੱਚ ਵਿਆਪਕ ਹੋ ਗਿਆ। ਉਹਦੇ ਅੱਗੇ ਹੀ ਅਰਦਾਸ ਹੈ ਵੀ ਹੁਣ ਦਇਆ ਕਰ ਦੇ। ਬਹੁਤ ਜਨਮ ਵਿਛਰੇ ਥੇ ਮਾਧੋਏ, ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸੰਤ ਸੇਵ ਕਮਾਇਣ। ਸੰਤ ਸੇਵ ਕਮਾਇਣ। हे ਵਾਹਿਗੁਰੂ ਮੈਨੂੰ ਸੰਤਾਂ ਦੀ ਸੇਵਾ ਕਰਨ ਦਾ ਬਲ ਦੇ ਦੇ। ਮਹਾਰਾਜ ਪੁਰਖ ਵਿਧਾਤੇ ਜੀ, ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਮਹਾਰਾਜ ਕਿਰਪਾ ਕਰ ਦਿਓ ਵੀ ਸੰਤਾਂ ਦੀ ਸੇਵਾ ਲੱਗ ਜਾਵਾਂ ਮੈਂ। ਬਿਨਵੰਤ ਨਾਨਕ ਜਨ ਧੂਰ ਬਾਂਛ ਹੈ। हे ਵਾਹਿਗੁਰੂ ਬੇਨਤੀ ਰੂਪ ਬਚਨ ਹੈ ਤੇਰੇ ਚਰਨਾਂ ਵਿੱਚ। ਤੇਰਾ ਇਹ ਜਨ, ਤੇਰਾ ਇਹ ਸੇਵਕ, ਤੇਰਾ ਇਹ ਬੱਚਾ ਤੇਰੇ ਕੋਲੋਂ ਤੇਰੇ ਸੰਤਾਂ ਦੀ ਧੂੜ ਮੰਗਦਾ। ਬਿਨਵੰਤ ਨਾਨਕ ਜਨ ਧੂੜ ਬਾਂਛੈ। ਨਾਨਕ ਦੀ ਬੇਨਤੀ ਹੈ ਕਿ ਆਪਣੇ ਜਨਾਂ ਦੀ ਧੂੜ ਮੈਨੂੰ ਦੇ ਦੇ, ਮੈਂ ਉਹ ਮੰਗਦਾ। ਬਾਂਛੈ ਮੈਂ ਇੱਛਾ ਕਰਦਾ, ਮੈਂ ਚਾਹੁੰਦਾ, ਮੈਨੂੰ ਲੋੜ ਹੈ ਕੇਵਲ ਤੇ ਕੇਵਲ ਮਹਾਂਪੁਰਸ਼ਾਂ ਦੇ, ਪਿਆਰਿਆਂ ਦੇ, ਰੱਬ ਦੇ ਭਗਤਾਂ ਦੇ ਚਰਨਾਂ ਦੀ ਧੂੜ ਦੀ ਲੋੜ ਹੈ। ਕੈਸੇ ਬਚਨ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਇੱਕ ਵਾਰੀ ਨਹੀਂ ਬਚਨ ਕਿਹਾ ਹੈ। ਜਿਹੜਾ ਇਹ ਕੀਰਤਨ ਸੋਹਲੇ ਆਪਾਂ ਪੜ੍ਹਦੇ ਹਾਂ, ਅੰਤਰਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗਿਆ, ਮੋਕੋ ਕਰ ਸੰਤਨ ਕੀ ਧੂਰੇ। ਇਹ ਵੀ ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਇਹ ਜਿਹੜੇ ਆਪਾਂ ਹੁਣ ਸੁਣ ਰਹੇ ਹਾਂ, ਇਹ ਵੀ ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਬਿਨਵੰਤ ਨਾਨਕ ਜਨ ਧੂੜ ਬਾਛੈ, ਮੈਂ ਸੰਤਾਂ ਪਿਆਰਿਆਂ ਦੇ, ਪਰਮੇਸ਼ਰ ਦੇ ਭਗਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ। ਹਰਿ ਦਰਸ ਸਹਿਜ ਸਮਾਇਣ। ਮਹਾਰਾਜ ਹਰੀ ਦੇ ਦਰਸ਼ਨ, ਹਰੀ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇ। ਕਿਉਂਕਿ ਸੰਤ ਮਹਾਂਪੁਰਸ਼ ਪਰਮੇਸ਼ਰ ਦੇ ਪਿਆਰੇ ਉਹ ਸਰੂਪ ਬਾਰੇ ਜਾਣਦੇ ਨੇ, ਉਹ ਦੱਸ ਸਕਦੇ ਨੇ।
ਜਿਵੇਂ ਮਹਾਰਾਜ ਬਾਣੀ 'ਚ ਬਚਨ ਲਿਖਦੇ, ਮਿਲ ਸਖੀਆਂ ਪੁੱਛੈ ਕਉ ਕੰਤ ਨਿਸ਼ਾਨੀ। ਜਿਹੜੀ ਲੜਕੀ ਦਾ ਵਿਆਹ ਹੋਇਆ ਹੋਵੇ ਤੇ ਕੁਆਰੀਆਂ ਨੂੰ ਪੁੱਛਦੀਆਂ, ਸੁਣਾ ਨਹੀਂ ਪਤੀ ਤੇਰਾ ਕਿਹੋ ਜਿਹਾ, ਕਿਵੇਂ ਬੋਲਦਾ, ਕਿਵੇਂ ਬਹਿੰਦਾ, ਕਿਵੇਂ ਖਾਂਦਾ, ਕਿਵੇਂ ਮਿਲਦਾ। ਤੇ ਉਹ ਜਿਹੜੀਆਂ ਵਿਆਹੀਆਂ ਹੁੰਦੀਆਂ ਨੇ ਉਹ ਕੁਆਰੀਆਂ ਨੂੰ ਦੱਸ ਦਿੰਦੀਆਂ ਨੇ ਵੀ ਐਦਾਂ ਪਤੀ ਦੀ ਸੇਵਾ ਕਰਨੀ ਹੈ, ਐਦਾਂ ਪ੍ਰਸ਼ਾਦਾ ਛਕਾਣਾ ਹੈ, ਐਦਾਂ ਘਰ ਆਏ ਗਏ ਨੂੰ ਜੀ ਆਇਆਂ ਆਖਣਾ, ਫੇਰ ਪਤੀ ਦੀ ਪਿਆਰੀ ਬਣੇਗੀ ਤੂੰ। ਜਿਹੜੇ ਸੰਤ ਜਨ ਨੇ ਵਾਹਿਗੁਰੂ ਦੇ ਸੁਹਾਗਣਾ ਹਨ, ਵਾਹਿਗੁਰੂ ਦੀਆਂ, ਇਹ ਪਰਮੇਸ਼ਰ ਨਾਲ ਵਿਆਹੀਆਂ ਹੋਈਆਂ ਹਨ। ਤੇ ਜਿਹੜੇ ਸਾਡੇ ਵਰਗੇ ਜਗਿਆਸੂ ਨੇ ਉਹ ਕੁਆਰੇ, ਅਸੀਂ ਉਹਨਾਂ ਸੰਤਾਂ ਨੂੰ ਪੁੱਛਣਾ ਵੀ ਸਾਨੂੰ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਵੇ। ਉਹ ਫਿਰ ਸਾਨੂੰ ਪ੍ਰਾਪਤੀ ਦਾ ਢੰਗ ਦੱਸ ਕੇ ਸਾਨੂੰ ਪ੍ਰਾਪਤੀ ਕਰਾਉਂਦੇ। ਬਿਨਵੰਤ ਨਾਨਕ ਜਨ ਧੂਰ ਬਾਛੈ, ਹਰ ਦਰਸ਼ ਸਹਿਜ ਸਮਾਇਣ। ਹਰੀ ਦੇ ਦਰਸ਼ਨਾਂ ਵਿੱਚ ਸਮਾਈ ਹੋ ਜਾਵੇ, ਦਰਸ਼ਨ ਕਰਦੇ ਕਰਦੇ ਦਰਸ਼ਨ ਰੂਪੀ ਹੋ ਜਾਵੇ। ਦ੍ਰਿਸ਼ਟਾ ਰਵੇ ਹੀ ਨਾ, ਮੈਂ ਰਵੇ ਹੀ ਨਾ, ਤੂੰ ਹੀ ਹੋ ਜਾਵੇ। ਆਹ ਕੈਸੇ ਬਚਨ ਲਿਖੇ ਨੇ, ਚੱਚਾ ਰਚਿਤ ਚਿੱਤਰ ਹੈ ਭਾਰੀ। ਕਹਿੰਦੇ ਬੜਾ ਵੱਡਾ ਚਿੱਤਰ ਰਚਿਆ, ਬੜੀ ਵੱਡੀ ਤਸਵੀਰ ਬਣਾਈ ਪਰਮੇਸ਼ਰ ਦੀ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ। ਚਿੱਤਰਕਾਰੀ ਨੂੰ ਦੇਖੋ, ਪੇਂਟਿੰਗ ਤਸਵੀਰ ਦੇਖ ਰਹੇ ਹੋ, ਉਹਦੇ ਅੰਦਰ ਜਿਹੜੀ ਕਲਾ ਹੈ ਉਹਨੂੰ ਦੇਖੋ, ਥੋੜਾ ਧਿਆਨ ਦਿਓ, ਡੂੰਘੇ ਜਾਓ। ਜਿਹੜੇ ਮਿਊਜ਼ੀਅਮ ਹੁੰਦੇ ਉਹ 'ਚ ਬੜੀਆਂ ਬੜੀਆਂ ਵਧੀਆ ਪੇਂਟਿੰਗਸ ਲੱਗੀਆਂ ਹੁੰਦੀਆਂ। ਉਹ ਮਿਊਜ਼ੀਅਮ 'ਚ ਜਾਣ ਵਾਲੇ ਦਰਸ਼ਕ ਕਈ ਕਿਸਮ ਦੇ ਹੁੰਦੇ। ਜਿਹੜਾ ਵਿਚਾਰਾ ਪਹਿਲੀ ਵਾਰੀ ਜਾਂਦਾ ਉਹਨੂੰ ਕਲਾ ਦਾ ਕੋਈ ਪਤਾ ਨਹੀਂ ਹੁੰਦਾ, ਉਹ ਜਾਂਦਾ ਏਦਾਂ ਫੋਟੋਆਂ ਵੇਖ ਕੇ ਅੱਗੇ ਲੰਘ ਜਾਂਦਾ। ਉਹ ਕਹਿੰਦਾ ਫੋਟੋਆਂ ਨੇ, ਕੋਈ ਬੰਦਿਆਂ ਨਹੀਂ, ਕੋਈ ਜਨਾਨੀਆਂ ਨਹੀਂ, ਕੋਈ ਠੀਕ ਹੈ। ਦੂਜਾ ਆਉਂਦਾ ਉਹ ਕਲਾ ਬਾਰੇ ਜਾਣਦਾ, ਉਹ ਕਹਿੰਦਾ ਦੇਖੋ ਚਿੱਤਰਕਾਰ ਨੇ ਰੰਗ ਕਿੱਦਾਂ ਦੇ ਭਰੇ ਨੇ, ਚਿੱਤਰਕਾਰ ਨੇ ਉਹਦਾ ਬੈਕਗਰਾਊਂਡ ਕਿੱਦਾਂ ਦਾ ਬਣਾਇਆ, ਉਹਨੇ ਪੰਛੀਆਂ ਦੇ ਭਾਵ ਕਿੱਦਾਂ ਦੇ ਬਣਾਏ ਨੇ, ਪਸ਼ੂਆਂ ਦੇ ਭਾਵ ਕਿੱਦਾਂ ਦੇ ਚਿੱਤਰੇ ਨੇ, ਇਸਤਰੀ ਦੇ ਚਿਹਰੇ ਉੱਤੇ ਕੀ ਭਾਵ ਲਿਆਂਦਾ, ਪੁਰਸ਼ ਦੇ ਚਿਹਰੇ ਤੇ ਕੀ ਭਾਵ ਲਿਆਂਦਾ, ਉਹ ਉਸ ਬਰੀਕੀ ਨੂੰ ਦੇਖਦਾ। ਤੀਜਾ ਉਸ ਤੋਂ ਵੀ ਅੱਗੇ ਲੰਘਿਆ ਹੁੰਦਾ, ਉਹ ਕਹਿੰਦਾ ਇਹ ਤਾਂ ਜੋ ਹੈ ਜਿਹਦੇ ਅੰਦਰੋਂ ਇਹ ਚੀਜ਼ ਆਈ ਹੈ ਕਲਾ, ਉਹ ਦਿਮਾਗ, ਉਹ ਸੁਰਤ ਕੈਸੀ ਹੋਵੇਗੀ। ਆਖੋ ਸ੍ਰੀ ਵਾਹਿਗੁਰੂ। ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰ ਹੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਅਵਚੇਰਾ, ਤਜ ਚਿੱਤਰ ਚਿਤ ਰਾਖ ਚਿਤੇਰਾ। ਉਹ ਚਿੱਤਰਕਾਰ ਉਹਦੇ ਵਿੱਚ ਹੀ ਸਮਾ ਜਾਵੇ, ਉਸ ਤਸਵੀਰ ਨੂੰ ਦੇਖਦਿਆਂ ਉਹਦਾ ਹੀ ਰੂਪ ਬਣ ਜਾਵੇ। ਇਹ ਕੇਵਲ ਤੇ ਕੇਵਲ ਮਹਾਂਪੁਰਸ਼ ਸਾਧੂ ਸੰਤ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਹੀ ਹੋ ਸਕਦਾ, ਹੋਰ ਨਹੀਂ ਹੋ ਸਕਦਾ ਕਿਤੇ ਵੀ। ਇਹ ਭਜਨ ਸ੍ਰੀ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ ਜੀ ਨੇ ਰਾਗ ਕਾਨੜੇ ਵਿੱਚ ਪ੍ਰਮਾਣ ਕੀਤੇ। ਗੁਰੂ ਕਿਰਪਾ ਕਰਨ ਸਾਡੇ ਹਿਰਦੇ 'ਚ ਵਸਣ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।